करती शुरू Vaheguru Ji Ka Khalsa, Vaheguru Ji Ki Fateh. Okay, so far we have actually covered in this workshop everything up to this point where we are today. ਅੱਜ ਦਾ ਜਿਹੜਾ 1 ਘੰਟੇ ਦਾ ਹੋਣਾ 20 ਮਿੰਟ ਆਪਾਂ ਯਈਏ ਤੇ ਲਾਉਣੇ ਹੈਗੇ ਆ ਤੇ ਨਾਲ ਫਿਰ ਬਾਕੀ ਦਾ ਜਿਹੜੇ 40 ਮਿੰਟ ਹੈਗੇ ਆ ਉਹ ਹਾਹੇ ਤੇ ਲਾਵਾਂਗੇ. The reason I picked that way, ਯਈਆ ਜਿਹੜਾ ਹੈਗਾ ਲੱਗਦਾ ਹੈਗਾ ਵੀ ਬਹੁਤ ਮੁਸ਼ਕਿਲ ਹੈਗਾ, ਯਈਆ ਅਸਲ 'ਚ ਬਹੁਤ ਸਖਾਲਾ ਆ. ਓਕੇ, ਇਹਦੇ pronunciation ਤਾਂ ਕਈ ਬਣ ਜਾਂਦੇ ਹੈਗੇ ਆ, but it's very, rules are very simple, you can actually easily follow those rules. ਜਿਹੜਾ ਹਾਹਾ ਹੈਗਾ, it looks like very simple and it is, ਪਰ ਜਿਹੜੇ ਹੈਗੇ ਆ ਵੀ ਲੋਕਾਂ ਨੇ ਵੀ ਨਹੀਂ ਇਹਨੂੰ ਇਦਾਂ ਨਹੀਂ pronounce ਕਰਨਾ, we should pronounce it this way or that way. They have complicated the issue so much and there's no way to actually resolve it. I'll say it up front. ਵੀ ਇਹਨੂੰ ਕਿੱਦਾਂ ਕਹੋ ਵੀ ਇੱਕੋ ਹੀ ਪ੍ਰੋਨਾਂਸੀਏਸ਼ਨ ਆ ਹੋਣਾ ਚਾਹੀਦਾ. ਓਕੇ, ਇਸ ਕਰਕੇ ਉਹ ਜਿਹੜਾ ਹੈਗਾ ਥੋੜਾ ਜਿਹਾ ਡਿਫਿਕਲਟ ਹੋ ਜਾਂਦਾ ਹੈਗਾ ਕਿਉਂਕਿ ਆਪਣਾ ਮਾਈਂਡ ਸੈਟ ਹੋਇਆ ਹੁੰਦਾ ਵੀ ਇਹਨੂੰ ਇਦਾਂ ਨਹੀਂ ਇਦਾਂ ਪ੍ਰੋਨਾਂਸ ਕਰਨਾ ਹੈਗਾ. So I'm going to spend more time on that one and I'll even tell you what the differences are and why the differences are there. ਤਾਂ ਮੈਂ ਤੁਹਾਨੂੰ ਉਹਨਾਂ ਦੀਆਂ ਸਕੂਲ ਆਫ ਥਾਟ ਦੱਸਣੀਆਂ, ਪਰ ਮੈਂ ਆਪਣੀ ਜਿਹੜੀ ਦੱਸੂਗਾ ਉਹ ਫਿਰ ਮੈਂ ਆਲ ਟਾਕ ਟੂ ਯੂ. ਜੇ ਤੁਸੀਂ ਮੈਨੂੰ ਚਾਹੋਗੇ ਵੀ ਤੂੰ ਦੱਸ ਕਿੱਦਾਂ ਪ੍ਰੋਨਾਂਸ ਕਰਨਾ, ਮੈਂ ਦੱਸ ਦਊਂਗਾ. ਓਕੇ, ਚਲੋ ਜੀ ਨੈਕਸਟ ਵਨ. ਸੋ ਯਈਏ ਦੇ ਉੱਤੇ ਕਈ ਤਰ੍ਹਾਂ ਦੇ ਤਰ੍ਹਾਂ ਆ ਜਾਂਦਾ. ਯਈਆ ਇੱਦਾਂ ਵੀ ਆ ਜਾਂਦਾ, ਯਈਆ ਇੱਦਾਂ ਵੀ ਆ ਜਾਂਦਾ, ਯਈਆ ਇੱਦਾਂ ਵੀ ਆ ਜਾਂਦਾ, ਇੱਦਾਂ ਵੀ ਆ ਜਾਂਦਾ. ਪਹਿਲਾ ਸਵਾਲ ਜਿਹੜਾ ਅੱਜ ਪੁੱਛਿਆ ਗਿਆ ਹੈਗਾ ਵੀ ਕਈ ਵਾਰੀ ਥੱਲੇ ਹੁੰਦਾ ਹੈਗਾ, ਟਰਾਈ ਟੂ ਨੋਟਿਸ ਦੈਟ ਜਿਹੜਾ ਤਾਂ ਹੁੰਦਾ ਹੈਗਾ ਯਈਆ ਪੈਰ ਦੇ ਥੱਲੇ, ਉਹਦਾ ਜਿਹੜਾ ਇੱਦਾਂ ਥੱਲੇ ਯੂ ਵਾਲਾ ਜਿਹੜਾ ਇੱਧਰਲਾ ਪਾਸਾ ਹੁੰਦਾ ਉਹ ਛੋਟਾ ਹੁੰਦਾ. You will recognize it immediately with that's ਯਈਆ. ਤੇ ਜਿੱਥੇ ਹੁੰਦਾ ਹੈਗਾ ਹਾਹਾ ਉਹ ਉਦੋਂ ਉਲਟ ਹੁੰਦਾ ਹੈਗਾ, ਉਹਦੇ ਵਿੱਚ ਆਹ ਜਿਹੜਾ ਪਾਸਾ ਹੈਗਾ ਉਹ ਛੋਟਾ ਹੋਣਾ ਹੈਗਾ ਤੇ ਦੂਜੀ ਲਾ ਪਾਸਾ ਬੜਾ ਹੋਣਾ. That's how you actually distinguish between ਹਾਹਾ and ਯਈਆ. ਓਕੇ, ਚਲੋ ਅੱਜ ਦੀ ਕਲਾਸ ਖਤਮ. ਚਲੋ ਲੈਟਸ ਗੋ. ਹਾਂਜੀ, ਯਈਏ ਦੇ ਜਿਹੜੇ ਹੈਗੇ ਦੋ ਪ੍ਰੋਨਾਂਸੀਏਸ਼ਨ ਹੈ. ਪਹਿਲਾਂ ਜਿੱਦਾਂ ਸਟੈਂਡਰਡ ਵੇ actually the way I'm teaching this one, I always put the vowels up on top ਕਿਉਂਕਿ every sound is due to those vowels. Without vowel there is no sound. ਜਿੰਨੇ ਵੀ consonant ਹੈ they don't have their own sound, they have a sound because of one of these vowels is in there, hidden in there. ਚਾਹੇ ਐੜਾ ਜਿੱਦਾਂ ਨੰਨਾ, ਉਹਦੇ ਵਿੱਚ ਐੜਾ, ਜੇ ਨੰਨੇ ਨੂੰ ਕੰਨਾ ਪਾਇਆ ਤਾਂ ਉਹਦੇ ਵਿੱਚ ਵੀ ਐੜਾ ਫਿਰ ਵੀ ਗੁਪਤ ਹੈਗਾ ਤਾਂ ਕੰਨਾ ਕੱਲਾ ਲੱਗ ਜਾਂਦਾ ਹੈਗਾ, ਆ ਦੀ ਸਾਊਂਡ ਹੁੰਦੀ ਹੈਗੀ ਆ. ਤਾਂ ਇਸ ਕਰਕੇ ਸੋ ਇਸ ਕਰਕੇ ਮੈਂ ਆਮ ਤੌਰ ਤੇ ਸਲਾਈਡ ਦੇ ਉੱਤੇ ਪਾ ਹੀ ਦਿੰਦਾ ਕਿਉਂਕਿ ਤੁਹਾਨੂੰ ਯਾਦ ਰਹੇ ਵੀ ਕਿਹੜੀ ਸਾਊਂਡ ਕਿੱਦਾਂ ਰਹਿਣੀ ਹੈਗੀ ਆ. ਯਈਆ ਜਿਹੜਾ ਹੈਗਾ ਇਸ ਸੈਮੀ ਵਾਵਲ, ਲਾਈਕ ਵੀ ਟਾਕਡ ਅਬਾਊਟ ਇਟ. ਸੈਮੀ ਵਾਵਲ ਉਹ ਆ ਜਿਹਦੇ ਵਿੱਚ ਕੰਸੋਨੈਂਟ ਵਾਲੀਆਂ ਵੀ ਕੁਆਲਿਟੀਜ਼ ਹੈਗੀਆਂ ਤੇ ਨਾਲ ਵਾਵਲ ਵਾਲੀਆਂ ਵੀ ਕੁਆਲਿਟੀਜ਼ ਹੈਗੀਆਂ. ਓਕੇ, ਮੈਂ ਪਿਛਲੀ ਵਾਰੀ ਦੱਸਿਆ ਸੀ ਵੀ ਇਹ ਜਿਹੜੇ ਵਾਵਲ ਵਾਲੀਆਂ ਕੁਆਲਿਟੀਜ਼ ਹੈਗੀਆਂ, those are just like the 3 vowels we are actually talk about it. They are pretty much actually pronounced that way when you look at those qualities. Okay, ਪਰ ਜਿੱਥੇ ਹੈਗੀਆਂ ਕੰਸੋਨੈਂਟ ਵਾਲੀਆਂ ਉਹਦੇ ਵਿੱਚ ਪੂਰੀ ਯਈਏ ਦੀ ਯਾ ਦੀ ਸਾਊਂਡ ਆਊਗੀ, ਯਾ ਮੰਗ. ਓਕੇ, ਜਿੱਦਾਂ ਹੁਣ ਕਿਤੇ ਵੀ ਅੱਖਰ ਦੇ ਵਿੱਚ ਜੇ ਯਈਆ ਪਹਿਲਾ ਅੱਖਰ ਹੈਗਾ, ਪਹਿਲਾ ਅੱਖਰ ਉੱਥੇ ਹਮੇਸ਼ਾ ਯਾ ਦੀ ਸਾਊਂਡ ਆਊਗੀ. ਇਸ ਨਾਰੇ ਇਟਸ ਅ ਕੰਸੋਨੈਂਟ ਸਾਊਂਡ. ਯੱਕਾ ਫॉर एग्जांपल, ਮੈਂ ਇੱਥੇ ਐਗਜ਼ਾਮਪਲ ਦਿੱਤੀ ਹੈਗੀ ਆ, ਉਹਦੇ ਵਿੱਚ ਤੁਸੀਂ ਕੰਸੋਨੈਂਟ ਸਾਊਂਡ ਹੈਗੀ ਆ ਯੱਕਾ. ਦੂਏ ਪਾਸੇ ਆ ਗਿਆ ਹੋਇਓ, ਇਹਨੂੰ ਹੋਇਓ ਨਹੀਂ ਅਸੀਂ ਪੜ੍ਹਦੇ ਹੈਗੇ, ਹੋਇਓ ਹੋਇਓ. ਹੁਣ ਇਹਦੀ ਜਿਹੜੀ ਸਾਊਂਡ ਹੈਗੀ ਆ ਇਟਸ ਅ ਕੰਪਲੀਟਲੀ ਵਾਵਲ ਸਾਊਂਡ. ਆਫਟਰ ਹਾਹੇ ਨੂੰ ਤੋਂ ਬਾਅਦ ਯਈਏ ਦੀ ਸਾਊਂਡ ਜਿਹੜੀ ਹੈਗੀ ਆ ਇਸ consonant sound, I mean vowel sound. Okay, ਉਹਦੇ ਵਿੱਚ ਅਸੀਂ ਉਹ ਈਡੀ ਦੀ ਸਿਆਰੀ ਤਾਂ ਉਹ ਦੋ ਸਾਊਂਡ ਜਿਹੜੀਆਂ ਹੈਗੀਆਂ ਆ ਗਈਆਂ ਜਿਵੇਂ ਇਹਨਾਂ ਉਹਦੇ ਵਿੱਚ. ਤਾਂ ਬਾਕੀ ਜਿੱਦਾਂ ਮੈਂ ਦੱਸਿਆ ਵੀ ਪੈਰ ਵਾਲੇ ਅੱਖਰ ਹੈਗੇ ਕਈ ਤਰ੍ਹਾਂ ਰੈਪਰੈਜ਼ੈਂਟ ਹੋ ਜਾਂਦੇ ਹੈਗੇ ਆ, ਬਟ ਇਟ ਡਜ਼ ਪ੍ਰੋਡਿਊਸ 2 ਸਾਊਂਡਸ. ਤੇ ਬਾਕੀ ਇਹਦੇ ਵਿੱਚ ਕਵਰ ਕਰਨਾ ਹੈਗਾ ਜਿਹੜਾ ਮੈਂ ਤੁਹਾਨੂੰ ਚਾਰਟ ਪਿਛਲੀ ਵਾਰੀ ਦਿਖਾ ਲਿਆ ਸੀਗਾ, that's going to come in very handy. It's in this book. Okay, ਉਹ ਮੈਂ ਹੀ ਚਾਰਟ ਆਪ ਹੀ ਪ੍ਰਪੇਅਰ ਕੀਤਾ ਹੈ, ਤੁਹਾਨੂੰ ਕਿਸੇ ਹੋਰ ਬੁੱਕ 'ਚ ਨਹੀਂ ਮਿਲਣਾ ਹੈ, ਕਿਸੇ ਵੀ ਗ੍ਰਾਮਰ ਬੁੱਕ 'ਚ ਨਹੀਂ ਮਿਲਣਾ ਹੈਗਾ.
ਉਹ ਆਫਟਰ ਆਈ ਸਟੱਡੀਇੰਗ ਆਲ ਦੋਜ਼ ਵੀ ਕਿੱਦਾਂ ਰਿਪਲੇਸਮੈਂਟ ਸਾਊਂਡ ਹੋਣੀ ਚਾਹੀਦੀ ਹੈ, ਕਿਉਂਕਿ ਜਈਏ ਦੇ ਨਾਲ ਖਾਸ ਕਰਕੇ ਅਸੀਂ ਦੇਖਣਾ ਹੈਗਾ ਜਈਏ ਦੇ ਨਾਲ ਦਾ ਅੱਖਰ ਜਿਹੜਾ ਹੈਗਾ ਵੀ ਉਹਦੇ ਵਿੱਚ ਕੀ ਵਾਵਲ ਸਾਊਂਡ ਹੈਗੀ ਕੀ ਨੇ, ਉਹਦੇ ਨਾਲ ਰਲ ਕੇ ਕਿੱਦਾਂ ਦੀ ਇਹਦੀ ਆਵਾਜ਼ ਬਣਨੀ ਹੈਗੀ ਆ। then you have to use that chart and I'll give you example today how to do that. Okay, ਅੱਗੇ ਚਲੋ ਜੀ। ਆਮ ਤੌਰ ਤੇ ਬਹੁਤ ਸਾਰੀਆਂ ਕਿਤਾਬਾਂ ਕਹੀ ਕਹਿੰਦੀਆਂ ਹੈਗੀਆਂ ਜੀ ਜਈਏ ਦੀਆਂ 8 ਰਿਪਲੇਸਮੈਂਟ ਆ, ਜੁਦੀਆਂ ਸਾਊਂਡ ਆ, ਡਿਪੈਂਡ ਕਰਦਾ ਕਿੱਦਾਂ ਆਇਆ ਕਿੱਦਾਂ ਨਹੀਂ ਆਇਆ। ਕੋਈ ਕਹਿੰਦਾ ਹੈਗਾ ਇਹਦੀਆਂ 5 ਸਾਊਂਡਸ ਹੈਗੀਆਂ। ਮੈਂ ਵੀ ਉਹ 5 ਜਿਹੜੀਆਂ ਹੈਗੀਆਂ ਤੁਹਾਨੂੰ ਅੱਜ 5 ਦੇ ਆਧਾਰ ਦੇ ਉੱਤੇ based on that one I'm going to actually teach you that really actually there is only one sound, ਉਹਦੀਆਂ ਵੇਰੀਏਸ਼ਨਸ ਹੈਗੀਆਂ 5 ਦੀਆਂ 5। okay, there's no difference if you apply the rules and actually go through it, and I'm going to walk you through many examples and show you what that sound is. okay, ਤਾਂ ਫਿਰ ਪਹਿਲਾਂ ਜਿੱਥੋਂ ਅਸੀਂ ਸ਼ੁਰੂ ਕੀਤਾ ਹੈਗਾ ਉਹ ਇਹ ਸਿਰਫ ਇੱਕੋ ਹੀ ਜਗ੍ਹਾ ਦੇ ਉੱਤੇ ਆਉਂਦਾ ਹੈਗਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹ ਪਰਟੀਕੂਲਰ ਵਰਡ। ਚਾਹੇ ਤਾਂ ਤੁਸੀਂ ਉੱਦਾਂ ਹੀ ਇਹਨੂੰ ਯਾਦ ਕਰ ਲਓ ਵੀ ਜਿੱਥੇ ਆਇਆ ਇਹਨੂੰ ਊੜੇ ਵਾਂਗੂ ਪੜ੍ਹਨਾ ਹੈਗਾ ਤਾਂ ਪਿਓ ਕਹਿਣਾ। ਜਿਹੜੇ 8 ਸਾਊਂਡ ਕਹਿੰਦੇ ਉਹ ਇਹ ਕਹਿੰਦੇ ਵੀ ਇਹਨੂੰ ਯਾਦ ਰੱਖੋ ਇੱਦਾਂ। ਓਕੇ, ਤਾਂ ਫਿਰ ਤੁਹਾਨੂੰ ਪਤਾ ਲੱਗ ਗਿਆ ਇਹਨੂੰ ਪਿਓ ਪੜ੍ਹਨਾ ਹੈਗਾ ਵੀ ਹੋਰ ਕਿਸੇ ਤਰ੍ਹਾਂ ਊ ਦੀ ਸਾਊਂਡ ਆ ਗਈ ਜਾਈਏ ਦੀ। ਓਕੇ, ਹੁਣ ਮੈਂ ਤੁਹਾਨੂੰ ਦਿਖਾ ਲੈਣਾ ਵੀ ਕਿਉਂ ਇੱਦਾਂ ਆ ਗਿਆ। ਵੈਰੀ ਸਿੰਪਲ, ਜਿਹੜੀ ਇਹਦੀ ਸਟੈਂਡਰਡ ਸਾਊਂਡ ਹੈਗੀ ਆ ਉਹ ਹੈਗੀ ਆ ਯਾ। ਓਕੇ, ਹੁਣ ਜੇ ਅਸੀਂ ਪੱਪੇ ਨੂੰ ਸਿਆਰੀ ਪਾ ਦਈਏ ਪਲੱਸ ਜਜੀਏ ਨੂੰ ਦਲੈਂਗੜੇ ਲਾ ਦਈਏ, ਉਹ ਬਣ ਗਿਆ ਪੱਪੇ ਨੂੰ ਸਿਆਰੀ ਪਲੱਸ ਈਡੀ ਨੂੰ ਸਿਆਰੀ ਪਲੱਸ ਐੜਾ, ਤੇ ਇਹਨੂੰ ਦਲੈਂਗੜੇ ਲਾਉਣੇ ਆ। ਰਾਈਟ, ਜਜੀਏ ਨੂੰ ਦਲੈਂਗੜੇ ਲਾਉਣੇ ਆ। ਹੁਣ ਦਲੈਂਗੜੇ ਜਿਹੜੇ ਈਡੀ ਨੂੰ ਤਾਂ ਲੱਗਦੇ ਨਹੀਂ ਹੈਗੇ, ਨਾ ਹੀ ਦਲੈਂਗੜੇ ਐੜੇ ਨੂੰ ਲੱਗਦੇ ਹੈਗੇ। ਓਕੇ, ਪਰ ਈਡੀ ਨੂੰ ਤਾਂ ਆਲਰੇਡੀ ਲੱਗੀ ਹੋਈ ਆ ਇਹਦੇ ਵਿੱਚ, ਹੈ ਨਾ। ਸੋ ਅਸੀਂ ਜੇ ਉਹਨਾਂ ਨੂੰ ਦੇਖਾਂਗੇ ਅਸੀਂ ਕੀ ਦੇਖਾਂਗੇ, ਪੱਪੇ ਨੂੰ ਸਿਆਰੀ ਆ ਪਲੱਸ ਈਡੀ ਨੂੰ ਸਿਆਰੀ ਹੈਗੀ ਆ ਪਲੱਸ ਐੜੇ ਨੂੰ। ਹੁਣ ਮੈਂ ਦਲੈਂਗੜੇ ਲਾਤੇ ਪਰ ਐੜੇ ਨੂੰ ਦਲੈਂਗੜੇ ਨਹੀਂ ਲਾਤੇ ਬਾਬਲ ਬਣਾਉਣ ਲਈ। ਅਸੀਂ ਤਾਂ ਸਾਊਂਡ ਦੀ ਗੱਲ ਕਰਦੇ ਨਾ ਵੀ ਇਹ ਊ ਦੀ ਸਾਊਂਡ ਬਣਨੀ ਸੀਗੀ। ਉਹਦੀ ਸਾਊਂਡ ਤਾਂ ਬਣਦੀ ਹੈਗੀ ਜੇ ਇਹਦੇ ਤਾਂ ਮੈਂ ਊੜਾ ਪਾ ਦੇਵਾਂ। ਰਾਈਟ, ਸੋ ਇਹ ਕੀ ਹੋਇਆ, ਇਹਨੂੰ ਮੈਂ ਹੁਣ ਊੜੇ ਦੇ ਨਾਲ ਰਿਪਲੇਸ ਕਰ ਦਿੱਤਾ ਟੂ ਮੇਕ ਇਟ ਗ੍ਰਾਮੈਟਿਕਲੀ ਕਰੈਕਟ। ਓਕੇ, ਸੋ ਕੀ ਹੋਇਆ, ਆ ਬਣ ਗਿਆ। ਜੇ ਮੈਂ ਪੱਪੇ ਦੇ ਵਿੱਚੋਂ ਕੱਢਿਆ ਵੀ ਹੁੰਦਾ ਈਡੀ ਨੂੰ ਸਿਆਰੀ ਪਲੱਸ ਈਡੀ ਨੂੰ ਸਿਆਰੀ ਇੱਥੇ ਹੁੰਦੀ ਨਾ ਤਾਂ ਊੜੇ ਨੂੰ ਦਲੈਂਗੜੇ ਹੁੰਦੇ, ਤਾਂ ਵੀ ਇਹਨੇ ਇਹਨਾਂ ਦੋਹਾਂ ਦੀ ਜਿਹੜੀ ਸਾਊਂਡ ਹੈਗੀ ਆ, ਜਦ ਤੁਸੀਂ ਇਸ ਟੇਬਲ ਦੇ ਵਿੱਚੋਂ ਜਾ ਕੇ ਦੇਖੋਗੇ ਉਹ ਈਡੀ ਦੀ ਸਿਆਰੀ ਵਾਲੀ ਸਾਊਂਡ ਨਹੀਂ ਹੋਣੀ ਹੈਗੀ ਆ। ਸੋ ਪਿਊ ਮੰਗੋ ਬਣ ਗਿਆ, ਪਿਊ ਬਣ ਗਿਆ। ਤੁਹਾਨੂੰ ਬੜਾ ਜ਼ਿਆਦਾ ਕਰਨ ਦੀ ਲੋੜ ਹੀ ਨਹੀਂ, ਪਰ ਮੈਂ ਜਿੱਦਾਂ ਦੱਸਿਆ ਉੱਦਾਂ ਹੀ ਯਾਦ ਰੱਖ ਲਓ। ਜੇ ਤੁਹਾਡਾ ਐਨਾਲਿਟੀਕਲ ਮਾਈਂਡ ਹੈਗਾ ਤਾਂ ਯੂ ਕੈਨ ਗੋ ਥਰੂ ਦਿਸ ਕਾਈਂਡ ਆਫ ਐਕਸਰਸਾਈਜ਼ ਐਂਡ ਸੇ ਦੈਟ ਦੈਟਸ ਵਾਈ ਦਿਸ ਹਾਊ ਦਿਸ ਸਾਊਂਡ ਕੇਮ ਅਬਾਊਟ। ਓਕੇ, ਉਚਾਰਨ ਦਾ ਮਤਲਬ ਇਹ ਹੁੰਦਾ ਵੀ ਸਾਊਂਡ ਦੇ ਉੱਤੇ ਬੇਸਡ ਹੈ। ਓਕੇ, ਦੂਜੇ ਥਾਂ ਤੇ ਕਹਿੰਦੇ ਹੈਗੇ ਐੜੇ ਵਾਲੀ ਸਾਊਂਡ ਹੈਗੀ ਆ। ਹੁਣ ਇਹਦੇ ਵਿੱਚੋਂ ਅਸੀਂ ਕੋਈ ਵੀ ਸਾਊਂਡ ਲੈ ਲਓ, ਸਮਾਇਓ ਵਰਡ ਲੈ ਲਓ। ਓਕੇ, ਆ ਮੈਂ ਸਾਰੇ ਇਹਦੇ ਉੱਤੇ ਲਿਖਿਆ ਵੀ ਹਮੇਸ਼ਾ ਜਿਹੜਾ ਹੈਗਾ ਇਹਨੇ ਸਮਾਇਓ ਔ ਦੀ ਸਾਊਂਡ ਬਣ ਜਾਣੀ ਹੈਗੀ ਆ। ਉਤਰਿਓ। ਓਕੇ, ਇੱਥੇ ਵੀ ਇਹ ਜਾਂ ਪੈਰ ਥੱਲੇ ਆ, ਇੱਥੇ ਪੈਰ ਥੱਲੇ ਆ, ਸਾਰੇ ਔ ਵਾਲੀ ਹੋ ਜਾਂਦੀ ਹੈਗੀ। ਇਹਦੇ ਵਿੱਚ ਜਈਆ ਥੱਲੇ ਸੀਗਾ, ਇਹਦੇ ਵਿੱਚ ਈਡੀ ਨੂੰ ਸਿਆਰੀ ਤਾਂ ਐੜਾ ਸੀਗਾ, ਟਿੱਪੀ ਜਿਹੜੀ ਐੜੇ ਦੇ ਉੱਤੇ ਲੱਗ ਗਈ। ਜਿੱਥੇ ਵੀ ਇਕੱਲੇ ਅੱਖਰ ਦੇ ਉੱਤੇ ਮਗਰਲੇ ਅੱਖਰ ਦੇ ਉੱਤੇ ਲੱਗਾ ਹੋਵੇ ਉਹ ਨਾਂ ਦੀ ਸਾਊਂਡ ਬਣਨੀ ਹੈਗੀ ਆ, ਅੰਗ ਮੰਗ ਪੜ ਜਾਣਾ ਹੈਗਾ, ਜੋਤਿਆਂ ਬਣ ਗਿਆ। ਓਕੇ, ਸੋ ਇੱਦਾਂ ਦਾ ਕੀਓ ਪਾਸਿਓ ਬਸਿਅੰਤ
ओके हुण असीं एग्जाम्पल तो मैं तुहानूं थोड़ा जिहा डिटेल दे विच एग्जाम्पल थाने दे समायो लै लो। चलो अगले चार्ट पे सिंपल हैगा बजाय यार उत्ते लिखण दे इट्स लॉट ईजियर टू एक्चुअली गो थ्रू दिस एग्जाम्पल। यू जस्ट एक्चुअली ब्रेक द वर्ड यू नो येया अप हियर येया प्लस उड़े नूं को ते ब्रेक कर लिया। हुण की होया हैगा समाए प्लस येया इक्वल टू एड़ा तो ऊड़े नूं औंकड़ पा गया क्योंकि मैं उत्ते कहा सी ना भी एड़े दे थां ते तो हुण एड़ा दा पात्या उहदे नाल बन गया समायो समायो एड़ा तो ऊड़े नूं औंकड़ जब तुसीं आदे टेबल विच देखोगे वो एड़े दे कनौड़े वाली आवाज़ बन जाती है। ओके जो गो थ्रू दैट वन एड़े दी कनौड़े दी आवाज़ ਉਹਦੇ ਵਿੱਚੋਂ ਤੁਹਾਨੂੰ ਨਿਕਲਿਆ। ਓਕੇ ਸੋ ਉਹਨੂੰ ਹੁਣ ਰਿਪਲੇਸ ਕਰਦੇ ਹੋ ਤਾਂ ਕੀ ਬਣ ਗਿਆ ਸਮਾਇਓ। ਓਕੇ ਹੁਣ ਇਹਦੇ ਵਿੱਚ ਕੀ ਹੋਇਆ ਪਿਛਲੀ ਐਗਜ਼ਾਮਪਲ ਨਾਲੋਂ ਇਹ ਕੋਈ ਫਰਕ ਨਹੀਂ ਹੈਗਾ। ਜੇ ਮੈਂ ਹੁਣ ਇਹਦੇ ਵਿੱਚ ਈਡੀ ਨੂੰ ਸਿਆਰੀ ਤਾਂ ਐੜਾ ਵੀ ਲਿਖਿਆ ਹੁੰਦਾ ਵੀ ਜੇ ਨੂੰ ਰਿਪਲੇਸ ਕਰ ਦਿੰਦਾ ਉਹਦੇ ਨਾਲ ਕੀ ਹੋਣਾ ਸੀ ਈਡੀ ਨੂੰ ਸਿਆਰੀ ਇੱਥੇ ਸੀ ਇੱਕ ਈਡੀ ਨੂੰ ਸਿਆਰੀ ਹੋਰ ਆ ਗਈ ਦੋ ਈਡੀ ਦੀਆਂ ਸਿਆਰੀ ਉਹ ਈਡੀ ਦੀ ਸਿਆਰੀ ਵਾਲੀ ਆਵਾਜ਼ ਰਹਿਣੀ ਸੀਗੀ। ਇਟ ਡਜ਼ਨਟ ਚੇਂਜ ਤਾਂ ਵੀ ਉਹਨੇ ਸਮਾਇਓ ਕਹਿਣਾ ਸੀ। सो लोग जब कहते हैं भाई ऊड़े ना रिप्लेस कर दो एड़े ना कर दो एक्चुअली यू आर स्टिल यू नो रिप्लेसिंग इट विद द ईडी नु सियारी ता एड़ा राइट जया एवरीबॉडी अंडरस्टैंड दैट व्हाट आई एम सेइंग क्योंकि बहुत सिंपल है जे तुसी ये मन दे विच रखो। ओके चलो अगे चलो जया जये नु ब्रेक कर लो। ਇੱਥੇ ਹੁਣ ਕਹਿੰਦੇ ਈਡੀ ਦੀ ਸਿਆਰੀ ਮੈਂ ਕਹਿੰਦਾ ਈਡੀ ਦੀ ਸਿਆਰੀ ਕੱਲੀ ਨਹੀਂ ਹੋ ਜੇ ਤੁਸੀਂ ਕਰਨਾ ਹੈਗਾ ਈਡੀ ਦੀ ਸਿਆਰੀ ਪਲੱਸ ਐੜਾ ਪਾ ਲਓ ਤਾਂ ਕੀ ਹੋਇਆ ਈਡੀ ਦੀ ਸਿਆਰੀ ਤਾਂ ਉੱਥੇ ਰਹਿ ਗਈ ਤੇ ਜਿਹੜਾ ਕਨੌੜਾ ਉਹ ਐੜੇ ਦੇ ਉੱਤੇ ਲੈਣ ਐੜੇ ਦੇ ਉੱਤੇ ਕਨੌੜਾ ਪੈ ਗਿਆ ਤਾਂ ਕੀ ਬਣ ਗਿਆ ਪਾਇਓ ਈਡੀ ਦੀ ਸਿਆਰੀ ਬਾਹਰ ਆ ਗਈ। ਰਾਈਟ ਆਰ ਯੂ ਫੋਲੋਇੰਗ ਜਾਂ ਕਿਤੇ ਕਨਫਿਊਜ਼ਨ ਤਾਂ ਨਹੀਂ। You want me to go through the example? No. ठीक है ना? Yeah. Okay. इतना ही वर्ड इतने ला लो चलो ये एग्जांपल आप कर लेने let's work that one. कोई भी जान जे थोड़ी कोई होर लगती है कि आप वो करनी है कि I'll do that one. सस्से नु सियारी है कि प्लस इतने यही आएगा खखा आएगा सस्से नु सियारी प्लस ये नू रिप्लेस कर दो ईडी नू सियारी प्लस एड़ा प्लस मैं की कीता आई एम सॉरी मैं सस्से नू सियारी प्लस खखा खखा खखे दे विचों आपां जइया कढ लेना क्योंकि पैर वाला अखर ज़्यादा हैगा ਉਹਦੇ ਨਾਲ ਜੇ ਦੀ ਸਾਊਂਡ ਲੱਗੀ ਤਾਂ ਉਹਦੀ ਆਵਾਜ਼ ਹੈਗੀ ਆ। ਓਕੇ ਕਿਉਂਕਿ देयर इज नो ਸਾਊਂਡ ਇਨ ਇਟ ਯੂ ਐਕਚੁਅਲੀ ਅਨਲੈਸ ਸੋ ਇਹਦਾ ਮਤਲਬ ਇਹਦੀ ਹਾਲੇ ਆਵਾਜ਼ ਨਹੀਂ ਇਹਦੇ ਵਿੱਚ ਮੈਨੂੰ ਮੁੜ ਕੇ ਕੁਝ ਪਾਉਣਾ ਪੈਣਾ ਵਾਪਸ। ਓਕੇ ਆਈ ਹੈਵ ਟੂ ਐਡ ਸੋ ਅਸੀਂ ਕੀ ਕੀਤਾ ਨਾਲ ਜਈਆ ਲੈ ਦਿੱਤਾ ਪਲੱਸ ਹੁਣ ਇੱਥੇ ਪਾਉਣਾ ਹੈਗਾ ਕੰਨਾ ਵੀ ਕਿਹਨੂੰ ਜਾਂਦਾ ਹੈਗਾ ਕੰਨਾ। ਓਕੇ ਸੱਸੇ ਨੂੰ ਸਿਆਰੀ ਬਣ ਗਈ ਪਲੱਸ ਖੱਖਾ ਪਲੱਸ ਈਡੀ ਨੂੰ ਸਿਆਰੀ ਪਲੱਸ ਐੜਾ ਤਾਂ ਕੰਨਾ ਜਿਹੜਾ ਐੜੇ ਨੂੰ ਲੱਗ ਗਿਆ ਨਾ। ਓਕੇ ਹੁਣ ਕੀ ਹੋਇਆ ਇਹਨਾਂ ਦੋਵਾਂ ਨੂੰ ਕੰਬਾਈਨ ਕਰ ਦਿਓ ਕਿਉਂਕਿ ਇਹਦੀ ਆਵਾਜ਼ ਵੀ ਹੈਗੀ ਆ ਇਹਦੀ ਆਵਾਜ਼ ਵੀ ਹੈਗੀ ਆ ਇਹਦੀ ਆਵਾਜ਼ ਬਣਾਉਣੀ ਹੈਗੀ ਆ। ਜਦ ਖੱਕੇ ਦੇ ਨਾਲ ਈਡੀ ਹੋਵੇ ਜਦ ਆਪਾਂ ਕੱਲੇ ਕੱਲੇ ਅੱਖਰ ਥਾਣ ਤੇ ਕੀ ਆ ਸੀ ਉਹਦੀ ਕੀ ਆਵਾਜ਼ ਬਣਦੀ ਆ ਖੇ ਖੱਕੇ ਨੂੰ ਸਿਆਰੀ ਵਾਲੀ ਰਾਈਟ। ਸੋ ਸੱਸੇ ਨੂੰ ਸਿਆਰੀ ਈਡੀ ਲੁਪਤ ਹੋ ਗਈ ਖੱਕੇ ਨੂੰ ਸਿਆਰੀ ਆ ਗਈ ਤੇ ਐੜੇ ਨੂੰ ਕਰਨਾ ਆ ਗਿਆ ਤੇ ਕੀ ਬਣ ਗਿਆ ਸਿੱਖਿਆ। ਬਹੁਤ ਸਿੰਪਲ ਹੈ ਜੇ ਤੁਸੀਂ ਹੈ ਨਾ ਰੂਲ ਜਿਹੜੇ ਹੈਗੇ ਆ ਜੇ ਉਹਨਾਂ ਨੂੰ ਫੋਲੋ ਕਰੀ ਜਾਓ every one of them you can work it on your own। ਬੱਬਾ ਈੜੀ ਨੂੰ ਸਿਆਰੀ ਤੇ ਕਰਕੇ ਇੱਥੇ ਸਿਆਰੀ ਬਣ ਗਈ ਕੰਨੇ ਕਰਕੇ ਐੜੇ ਨੂੰ ਕੰਨਾ ਬਣ ਗਿਆ ਬਿਆਸ ਬਣ ਗਿਆ। ਅੰਕਲ ਜੀ ਨੇ ਜੋ ਬੈਂਡ ਜਾਂ ਲੈਂਡ ਚੋਂ ਕੋਈ ਬਣਾ ਕੇ ਦਿਖਾਇਆ ਜਿਹੜੇ ਆਖਰੀ ਲਾਈਨ 'ਚ ਲਿਖਿਆ ਉੱਥੇ ਵੀ ਆਉਂਦਾ ਹਾਲੇ ਮੈਂ ਇਹਦੇ 3 ਗਰੁੱਪ ਬਣਾਏ ਹੋਏ ਆ। ਇੱਕ ਆਹ ਗਰੁੱਪ ਪਹਿਲਾਂ ਮੈਂ ਕਲੀਨ ਕਰਨਾ
ਹੁਣ ਦੂਜਾ ਆਹ ਗਰੁੱਪ ਬਣਾਇਆ ਸੀਗਾ, ਉਹਦੇ ਵਿੱਚ ਹੈਗਾ ਊੜੇ ਨੂੰ ਔਂਕੜ ਦੇ ਵਿੱਚ ਨਾਲ ਆਉਂਦਾ ਹੈਗਾ ਵੀ ਜਿੱਥੇ ਨਾਲ ਮਗਰੋਂ ਲੱਗ ਗਿਆ ਨਾ ਵੀ ਕੋਈ ਹੋਰ ਲੱਗੇ ਹੈਗੇ ਉਹਦੇ ਵਿੱਚ। ਸੋ ਉਹ ਬੜਾ ਸੋਹਣਾ ਲੱਗ ਗਿਆ, ਲੱਗ ਗਈ ਉਹ ਬਣ ਗਿਆ ਕਿ ਨਾ ਸਿੰਪਲ ਰੂਲ ਜਿਹਦਾ ਉੱਥੇ ਅਪਲਾਈ ਕੀਤਾ। ਇਸ ਲਾਰ ਈਜ਼ੀਅਰ ਟੂ ਐਕਚੁਅਲੀ ਗੋ ਥਰੂ ਦਾ ਸੀਕੁਐਂਸ ਐਂਡ ਦੈਨ ਅੰਡਰਸਟੈਂਡ। ਓਕੇ, ਹੁਣ ਇੱਥੇ ਆ ਜਾਓ ਬੈਨ ਵਰਡ, ਕਿਉਂਕਿ ਤੂੰ ਇਹ ਪਿਕ ਕੀਤਾ ਦਸਤਵਾਨ ਵਰਡ ਕੌਣ ਹੈ? ਬੱਬਾ ਯਈਆ ਤਾਂ ਨਾੜਾ। ਬੱਬੇ ਨੂੰ ਤਾਂ ਦਲਾਵਾਂ ਹੈਗੀਆਂ ਹੀ ਆ, ਪਲੱਸ ਯਈਆ ਪਲੱਸ ਨਾੜਾ। ਓਕੇ, ਇਹ ਕੀ ਬਣ ਗਿਆ? ਬੱਬੇ ਨੂੰ ਦਲਾਵਾਂ, ਈੜੀ ਨੂੰ ਸਿਆਰੀ, ਐੜਾ ਨਹੀਂ ਬੱਬੇ ਨੂੰ ਆ ਮੈਂ ਉੱਤੇ ਕਾਲ ਨਹੀਂ ਪਾਈ ਦਿੱਤੀ, ਬੱਬਾ ਪਲੱਸ ਈੜੀ ਨੂੰ ਸਿਆਰੀ ਪਲੱਸ ਐੜਾ ਪਲੱਸ ਨਾਣਾ, ਰਾਈਟ? ਓਕੇ, ਇਹੀ ਹੈ ਨਾ। ਓਕੇ, ਹੁਣ ਇਹਦੇ ਨਾਲ ਕੀ ਬਣਿਆ? ਬੱਬਾ ਪਲੱਸ ਜੇ ਬੱਬੇ ਨੂੰ ਬ੍ਰੇਕ ਕੀਤਾ ਤਾਂ ਕੀ ਹੈ ਇਹਦੇ ਵਿੱਚ? ਐੜਾ ਲੁਕਤਾ ਹੈਗਾ, ਰਾਈਟ? ਈੜੀ ਨੂੰ ਸਿਆਰੀ ਪਲੱਸ ਐੜਾ ਪਲੱਸ ਨਾਣਾ, ਰਾਈਟ? ਮੈਂ ਥੋੜਾ ਜਿਹਾ ਇੱਧਰ ਨੂੰ ਕਰ ਦੂੰਗਾ। ਓਕੇ, ਹੁਣ ਇਹ ਕੀ ਬਣਿਆ? ਬੱਬੇ ਦੇ ਉੱਤੇ ਆ ਗਿਆ ਪਲੱਸ ਐੜਾ ਪਲੱਸ ਈੜੀ ਨੂੰ ਸਿਆਰੀ। ਆ ਜਾਨੀ ਦੱਸਿਆ ਵੀ ਇਹਦੇ ਵਿੱਚ ਆਪਾਂ ਹਾਲੇ ਆਵਾਜ਼ ਪਾਉਣੀ ਆ। ਓਕੇ, ਨਾਲ ਐੜਾ ਪਲੱਸ ਨਾਲਾ, ਰਾਈਟ? ਸਾਰੇ ਅੱਖਰ ਆ ਗਏ ਨਾ। ਹੁਣ ਤੁਸੀਂ ਉਹ ਟੇਬਲ ਦੇ ਉੱਤੇ ਜਾਓ ਤਾਂ ਮੈਂ ਤੁਹਾਨੂੰ ਕੀ ਦੱਸਿਆ ਸੀਗਾ? ਜੇ ਬੱਬਾ ਤਾਂ ਈਡੀ ਨੂੰ ਸਿਆਰੀ ਹੈਗੀ ਆ ਤੇ ਤਾਂ ਕੀ ਪ੍ਰੋਨਾਂਸੀਏਸ਼ਨ ਹੋਣਾ? ਪੈ, ਠੀਕ ਨੇ? ਹੁਣ ਇੱਥੇ ਈਡੀ ਐੜਾ ਤਾਂ ਈਡੀ ਨੂੰ ਸਿਆਰੀ ਜਾਂ ਟੇਬਲ ਦੇਖੋਗੇ ਤੇ ਦਲਾਵਾਂ ਵਾਲੀ ਆਵਾਜ਼ ਆ ਜਾਣੀ ਹੈ। ਸੋ ਕੀ ਬਣ ਗਿਆ? ਬੱਬਾ ਬੱਬਾ ਪਲੱਸ ਐ प्लस एड़ा प्लस नाना। ओके, ये बन गया ना। हाँ, मैं छोटा बनावा किते लाम ना इनू समझी जाए। हुण इहदे विच इहनू जद ऐड कर दिता की बन गया? इहदे उत्ते दलामां लग गईयां ना, प्लस एड़ा प्लस नाना। पिछली बार आप जब रूल कीते थे कि मैं की दस्या जब तुसीं रिप्लेसमेंट करते हैं लॉन्ग साउंड नूं, वो साउंड जिहड़ी हुंदी दूजे नालों थोड़ी जी छोटी हुंदी है, थोड़ी जी छोटी, बहुती नहीं। बैंड, ओके, बैंड, ओके, बैंड नहीं कहना जानी बैंड, ओके। पर इहदे विच पूरे बैंड पढ़ना हैगा, क्यों? नाल ये भी दस्सिया सी भी जिथे कोई भी छोटी साउंड होवे ਉਹਦੇ ਨਾਲ ਐੜਾ ਲਾ ਦਿਓ, ਕਿਤੇ ਵੀ ਜੀ ਲਿਖਿਆ ਹੋਇਆ ਸੀਗਾ ਉਹਨੂੰ ਲੰਮੀ ਕਰ ਦਿੰਦਾ। ਆ ਐੜਾ ਜਿਹੜਾ ਸਾਡੇ ਕੋਲ ਹੈ ਜਦ ਇਹਦੇ ਨਾਲ ਛੋਟੀ ਸਾਊਂਡ ਨਾਲ ਐਡ ਕਰ ਦਿੱਤਾ ਕੀ ਬਣ ਗਿਆ? ਮੁੜ ਕੇ ਪੂਰੇ ਬੈ ਵਾਲੀ ਆਵਾਜ਼ ਆ ਗਈ, ਬੈਂਡ, ਜਿੱਦਾਂ ਬੈਂਡ ਕਹਿੰਦੇ ਪੂਰੀ ਸਾਊਂਡ ਲੱਗੇ ਪਤਾ? कोई ये ट्रिक नहीं, कुछ नहीं, सारे कुछ जो कुछ सीगा जो जिदा जिदा अखर आए असी उदा ही विच पाते हैं, राइट? ओके, चलो अगे इदा ही पिछले से चलो। तुसी बहुत सारे ते देखोगे हाहा यैया, या नहीं इनू पढ़ना है, पढ़ना क्यों? हाहा बिच इहदे ऐड़े दा ऐड़ा आ, ऐड़ा नाल ईड़ी लग गई, छोटियां दलावां बन गई, तो नाल जिहड़ा ऐड़ा सीगा उन्हें छोटियां दलावां नूं लंमियां कर दिता, है बनाता। सो है तो है दे विच कोई फर्क नहीं, इन्ना फर्क है कि भट्टां दी बाणी च ज़्यादा लिखा, दूआ आम पंजाबी च असीं यूज़ करते हैं। मतलब वही है, सब कुछ वही है, प्रोनाउंसिएशन भी वही है। यू डोंट हैव टू एक्चुअली से दैट है, ਉਹਦੇ ਨਾਲ ਤਾਂ ਕਨਫਿਊਜ਼ ਕਰਨ ਵਾਲੀ ਆ, ਜਿਹੜਾ ਸੁਣਨ ਵਾਲਾ ਉਹਨੂੰ ਕੀ ਪਤਾ ਲੱਗੂਗਾ ਵੀ ਹੁਣ ਤੁਸੀਂ ਕੀ ਕਹਿ ਰਹੇ ਹੈਗੇ। ओके, चलो
ਭਾਵੇਂ ਉਹਦੀ ਮ੍ਰਿਤੂ ਦੀ ਐਗਜ਼ਾਮਪਲ ਦਿੱਤੀ ਸੀਗੀ, ਆਮ ਨਾਟ ਗੋਇੰ ਟੂ ਸਪੈਂਡ ਟਾਈਮ ਔਨ ਇਟ, ਵੀ ਆਲਰੇਡੀ ਕਾਈਂਡ ਆਫ। ਹਾਂ, ਇਹਦੇ ਵਿੱਚ ਜਿਹੜਾ ਇੱਕ ਰੂਲ ਤੁਹਾਨੂੰ ਪਿੱਛੇ ਦੱਸਿਆ ਸੀ, ਤੱਤਾ ਸੱਸਾ, ਸੱਸੇ ਦੇ ਪੈਰ ਵਿੱਚ ਸੱਸਾ ਜਈਆ ਜਿਹੜਾ ਈਡੀ ਨੂੰ ਸਿਆਰੀ ਤਾਂ ਐੜੇ ਨਾਲ ਰਿਪਲੇਸ ਕਰ ਦਿੱਤਾ। ਤਾਂ ਹੁਣ ਕੀ ਬਣ ਗਿਆ ਵੀ ਆ ਜਿਹੜਾ ਸੱਸਾ ਸੀਗਾ, ਕਿਉਂਕਿ ਇਹਦੇ ਵਿੱਚ ਆਵਾਜ਼ ਜਿਹੜੀ ਹੈਗੀ ਆ ਜਈਆ ਜਿਹੜਾ ਉਹਦੇ ਵਿੱਚੋਂ ਕੱਢਿਆ ਹੈਗਾ, ਉਹਦੇ ਵਿੱਚ ਉਹਨੂੰ ਐਡ ਕਰਨਾ ਪੈਣਾ। ਓਕੇ, ਹੁਣ ਉਹ ਕਰਨ ਲਈ ਐਡ ਕਰਨ ਲਈ ਇਹਦੇ ਉੱਤੇ ਮੈਨੂੰ ਸਾਰਿਆਂ ਦੇ ਉੱਤੇ ਮੈਂ ਆਮ ਗੋਇੰ ਟੂ ਡੂ ਦੈਟ, ਜਿਹਨੂੰ ਐਕਚੁਅਲੀ ਮਾੜਾ ਜਿਹਾ ਮਾਰਕ ਲਾਉਣ ਵਾਲਾ, ਕਿਉਂਕਿ ਕਿਤਾਬ ਦੇ ਵਿੱਚ ਤਾਂ ਸਹੀ ਹੈਗੇ ਆ। ਇਹ ਬਰੀਫਿੰਗ ਜਿਹੜੀ ਸੀ ਲੌਂਗ ਬਿਫੋਰ ਆਈ ਪਬਲਿਸ਼ ਦ ਕਿਤਾਬ, ਅਤੇ ਉਹਦੇ ਨਾਲ ਫਿਰ ਹੈ ਨਾ ਉਹ ਥੋੜ੍ਹਾ ਜਿਹਾ ਹੈਗਾ ਵੀ, ਕਿਉਂਕਿ ਉਹਦੇ ਵਿੱਚੋਂ ਅਸੀਂ ਕੱਢ ਲਿਆ ਸੀ ਨਾ, ਸੱਸੇ ਦੇ ਵਿੱਚੋਂ ਯਈਆ ਕੱਢ ਲਿਆ, ਤਾਂ ਜੱਜੇ ਦੀ ਸੱਸੇ ਦੀ ਆਪਣੀ ਕੋਈ ਸਾਊਂਡ ਨਹੀਂ, ਜਿੰਨੀ ਦੇਰ ਇਹਦੇ ਵਿੱਚ ਅਸੀਂ ਕੁਛ ਮੁੜ ਕੇ ਨਹੀਂ ਪਾਉਂਦੇ ਹੈਗੇ। ਤਾਂ ਹੁਣ ਈਡੀ ਨੂੰ ਸਿਆਰੀ ਆ ਗਈ, ਤਾਂ ਜਦ ਸਿਆਰੀ ਪਾਈ ਉਹ ਸੱਸੇ ਨੂੰ ਸਿਆਰੀ ਆ ਗਈ, ਸੱਸੇ ਨੂੰ ਨਾਲ ਐੜਾ ਆ ਗਿਆ, ਸੱਸੇ ਦੀ ਸਿਆਰੀ ਦੀ ਕੀ ਆਵਾਜ਼ ਆ ਬਣ ਗਈ। ਜੇ ਤੁਸੀਂ ਉਹਨੂੰ ਅਪਗ੍ਰੇਡ ਕੀਤਾ, ਮੈਂ ਆਮ ਤੌਰ 'ਤੇ ਐਗਜ਼ਾਮਪਲ ਦਿੰਦਾ ਹੁੰਦਾ, ਜਿੱਦਾਂ ਤੁਸੀਂ ਟਰੈਵਲ ਕਰਦੇ ਹੋ ਨਾ, ਜੇ ਕੋਚ ਕਲਾਸ 'ਤੇ ਗਏ ਹੋਏ ਆ ਤਾਂ ਤੁਹਾਨੂੰ ਫਸਟ ਕਲਾਸ ਦਾ ਟਿਕਟ ਮਿਲ ਗਿਆ, ਇੱਦਾਂ ਹੀ ਉਹ ਹੋ ਜਾਂਦੀ ਹੈਗੀ ਆ ਵੀ ਜੇ ਤੁਸੀਂ ਅਪਗ੍ਰੇਡ ਕਰਨੀ ਆਪਣੀ ਸੀਟ ਨਾ, ਜ਼ਿਆਦਾ ਐੜਾ ਨਾਲ ਲੱਗ ਗਿਆ, ਕਿਉਂਕਿ ਗੁਰਮੁਖ ਲੈਟਰ ਰਹਿ ਗਿਆ, ਦੇ ਆਲਵੇਜ਼ ਇੰਪੈਕਟਡ ਗਿਵ ਯੂ ਬੈਰਰ, ਉਹਦੀ ਜਿਹੜੀ ਹੈਗੀ ਆ ਨੈਕਸਟ ਸਾਊਂਡ ਹੋ ਜਾਂਦੀ ਆ ਲਾਮ ਮੰਗ, ਛੋਟੀ ਲਾਮ ਮੰਗ, ਤੱਸੇ ਤੱਸੇ ਮੰਗ ਹੋ ਗਈ, ਪਰ ਇਹਨੂੰ ਪ੍ਰਲੋਂਗ ਨਹੀਂ ਪਤਾ ਕਰਨਾ, ਤੱਸੇ। ਓਕੇ, ਇਹ ਹੈਗਾ ਇਹਦਾ ਲਾਸਟ ਪਾਰਟ, ਜਿਹੜਾ ਇਹਦੇ ਵਿੱਚ ਹੈਗਾ ਦਈ ਦੱਦਾ ਦਈਆ। ਇਹਦੇ ਵਿੱਚ ਕੋਈ ਕਿਤਾਬ ਪੜ੍ਹ ਕੇ ਦੇਖ ਲਓ, ਭਾਈ ਜੋਗਿੰਦਰ ਸਿੰਘ ਜੀ ਦੀ ਸਾਰਿਆਂ ਨਾਲੋਂ ਬੈਸਟ ਉਹੀ ਆ ਜਿੱਥੋਂ ਜਾਣੀ ਮੈਂ ਸਾਰਾ ਕੁਝ ਸਿੱਖਿਆ ਹੈਗਾ। ਅਤੇ ਉਹਨਾਂ ਨੇ ਵੀ ਜਾਣੀ 5 ਦਿੱਤੇ ਹੋਏ ਸੀ ਕਿ ਮੈਂ ਉਹ 5 ਤੋਂ ਗਾਹਾਂ 1 ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਉਹ ਵੀ ਕਹਿੰਦੇ ਹੈਗੇ ਜੇ ਨੂੰ ਈ ਦੇ ਨਾਲ ਰਿਪਲੇਸ ਕਰ ਦਿਓ ਤਾਂ ਆਹ ਆਵਾਜ਼ ਜ਼ੁਬਾਨੀ ਹੈਗੀ। ਐਂਡ ਅਦਰ ਪੀਪਲ ਆਲਸੋ, ਮਿਸ਼ਨਰੀ ਕਾਲਜ ਵੀ ਇਹ ਸਪੋਰਟ ਕਰਦਾ, ਈਵਨ ਟਕਸਾਲ ਵਾਲੇ they agree with that except 1 or 2 places where they have their own, ਬਾਕੀ ਆ ਸਾਰੇ ਅੱਖਰ। and I'm going to show you at the end ਵੀ ਕਿੱਥੇ ਉਹਨਾਂ ਦੇ differences ਹੈਗੇ ਆ, ਤਾਂ ਉਹ ਫਿਰ we'll discuss it at that time. But to explain this one, this is very simple. ਅਸੀਂ ਹੁਣ ਸਵਈਏ ਵੀ ਪੜ੍ਹਦੇ ਹੈਗੇ ਆ, ਪਛਈਆ, ਉਹਦਾ ਮਤਲਬ ਇਹ ਹੁੰਦਾ ਵੀ ਜਦ ਵੀ ਯਈਆ ਜਿੱਥੇ ਹੈਗਾ, ਜੇ ਉਦੋਂ ਪਹਿਲਾ ਜਿਹੜਾ ਅੱਖਰ ਹੈਗਾ ਉਹਦੇ ਵਿਚਾਲੇ ਤਾਂ ਯਈਏ ਦੇ ਵਿਚਾਲੇ ਜੇ ਉੱਤੇ ਅਧਕ ਲੱਗਾ ਹੈਗਾ, ਤਾਂ ਉਹ ਅਧਕ ਜਿਹੜਾ ਹੈਗਾ ਉਸ ਅੱਖਰ ਨੂੰ ਡਬਲ ਕਰ ਦਿੰਦਾ ਹੈਗਾ, ਉਹ 'ਤੇ ਸਟ੍ਰੈਸ ਦੇ ਦਿੰਦਾ ਹੈਗਾ। ਓਕੇ, ਉਹ ਸਟ੍ਰੈਸ ਜਦ ਤੁਸੀਂ ਦਿੰਦੇ ਹੈਗੇ ਆ, ਕਰਦੇ ਹੈਗੇ ਆ, ਤਾਂ ਉਹ ਜਿਹੜਾ ਹੈਗਾ ਈ ਦੀ ਆਵਾਜ਼ ਦੇ ਵਿੱਚ ਹੋ ਜਾਂਦਾ। ਆਲ ਸ਼ੋ ਯੂ ਹਾਊ ਦੈਟ ਹੈਪਨਸ, ਪਰ ਮੈਂ ਪਹਿਲਾਂ ਥੋੜ੍ਹਾ ਜਿਹਾ ਇਹਦੇ ਤੁਹਾਨੂੰ ਵਾਕ ਆ ਸਾਰੇ ਅੱਖਰ ਜਿਹੜੇ ਹੈਗੇ ਆ, ਯੂ ਵਿਲ ਫਾਈਂਡ ਇਟ ਇਨ ਗੁਰਬਾਣੀ ਇਨਕਲੂਡਿੰਗ ਦਿਸ ਅੱਖਰ ਦਈ। 2 ਥਾਂ ਦੇ ਉੱਤੇ ਆਉਂਦਾ ਹੈਗਾ, ਇੱਕ ਤਾਂ 822 ਪੇਜ ਦੇ ਉੱਤੇ ਬਿਲਾਵਲ ਰਾਗ ਦੇ ਵਿੱਚ ਦਈ ਵਰਡ ਜਾਨੀ ਉਹਦੇ ਵਿੱਚ ਲਿਖਿਆ। ਓਕੇ, ਉਹ ਤੋਂ ਪਤਾ ਲੱਗਦਾ ਹੈਗਾ ਵੀ ਇਹ ਦਈ ਵਰਡ ਜਿਹੜਾ ਹੈਗਾ ਵੀ ਐਵੇਂ ਨਹੀਂ, ਇਹਦੇ ਪ੍ਰੋਨਾਊਂਸਮੈਂਟ ਮੀਨਿੰਗ ਉਹੀ ਆ, ਮਤਲਬ ਹੁੰਦਾ ਹੈਗਾ ਵਾਹਿਗੁਰੂ ਜਿਹੜਾ ਪ੍ਰਕਾਸ਼ਮਾਨ ਵਾਹਿਗੁਰੂ ਹੋਵੇ, ਪ੍ਰਕਾਸ਼ਮਾਨ ਵਾਹਿਗੁਰੂ ਉਹਨੂੰ ਦਈ ਕਹਿੰਦੇ ਆ। ਇਹ ਨਹੀਂ ਵੀ ਇਕੱਲਾ ਵੀ ਦਇਆ ਵਾਲਾ। ਐਜ਼ ਅ ਮੈਟਰ ਆਫ ਫੈਕਟ ਜਿਹੜਾ ਇੱਕ ਥਾਂ 'ਤੇ ਹੋਰ ਆਉਂਦਾ ਹੈਗਾ ਭੈਰੋ ਰਾਜ ਦੇ ਵਿੱਚ 1152 ਪੇਜ ਦੇ ਉੱਤੇ, ਉੱਥੇ ਉਹਨੇ ਦਿਆਲ ਦਈ ਨਾਲ ਲਿਖਿਆ ਹੈਗਾ। ਕਈ ਇਹਦੇ ਕਰ ਦਿੰਦੇ ਵੀ ਦਈ ਦਾ ਮਤਲਬ ਦਿਆਲੂ, ਤਾਂ ਫਿਰ ਦਿਆਲ ਤਾਂ ਨਾਲ ਲਿਖਣ ਦੀ, ਦਿਆਲੂ ਤਾਂ ਪਾਉਣ ਦੀ ਲੋੜ ਹੀ ਨਹੀਂ। ਓਕੇ, ਵੀ ਉਹ ਵਾਹਿਗੁਰੂ ਜਿਹੜਾ ਪ੍ਰਕਾਸ਼ਮਾਨ ਵਾਹਿਗੁਰੂ ਜਿਹੜਾ ਦਿਆਲ ਆ, ਸੋ ਇਹਦਾ ਮਤਲਬ ਹੁੰਦਾ ਵੀ ਵਾਹਿਗੁਰੂ ਨੂੰ ਇਹ ਰੈਫਰ ਕਰਦਾ ਹੈਗਾ, ਨਾ ਦਿਆਲ। ਤਾਂ ਕਈ ਵਾਰੀ ਇਸ ਮਿਸਅੰਡਰਸਟੈਂਡਿੰਗ ਨਾਲ 1-2 ਥਾਂ 'ਤੇ ਕਈ ਕਹਿੰਦੇ ਵੀ ਦੇਰ ਸ਼ੁੱਡ ਬੀ ਡਿਫਰੈਂਟ, ਬਟ ਦੈਟਸ ਨਾਟ ਦ ਕੇਸ, ਯੂ ਨੋ ਇਟ ਸ਼ੁੱਡ ਬੀ ਦ ਵਰਡ ਸ਼ੁੱਡ ਬੀ ਪ੍ਰੋਨਾਊਂਸਡ ਦੇ। ਹੁਣ ਤੁਸੀਂ ਇਹ ਕਹੋਗੇ ਵੀ ਹਾਂ ਤੁਸੀਂ ਇਹ ਕਿੱਦਾਂ ਲਿਆ, ਮੈਂ ਥੋੜ੍ਹਾ ਜਿਹਾ ਹੋਰ ਵੀ ਤਾਂ ਆਹ ਤਾਂ ਸਿੰਪਲ ਹੀ ਆ। ਪਿਛਲੀ ਵਾਰੀ ਵੀ ਦੱਸਿਆ, ਜਿੱਥੇ ਪੂਰੀਆਂ ਲਗਾਂ ਲੱਗੀਆਂ ਹੈਗੀਆਂ, ਚਾਹੇ ਕਾਂਸੋਨੈਂਟ ਆ ਚਾਹੇ ਵਾਵਲ ਆ, ਉਹ ਕੋਈ ਵੀ ਨਹੀਂ ਛੱਡਣੀ, ਉਹ ਸਾਰੇ ਥਾਂ 'ਤੇ ਬੋਲਣੀ, ਚਾਹੇ ਪਹਿਲਾਂ ਆ ਚਾਹੇ ਅਖੀਰਲੇ ਅੱਖਰ ਨੂੰ ਆ, ਜਿੱਥੇ ਵੀ ਆਵੇ ਯੂ ਹੈਵ ਟੂ ਐਟਲੀ ਸੇ ਦੈਟ, ਰਾਈਟ। ਓਕੇ, ਜਿਹੜੀਆਂ ਛੋਟੀਆਂ ਹੈਗੀਆਂ ਜਾਂ ਔਂਕੜ ਹੈਗਾ ਜਾਂ ਸਿਆਰੀ, ਉਹਦੇ ਉੱਤੇ ਕੁਐਸਚਨ ਆਉਂਦਾ ਹੈਗਾ। ਜਿੱਥੇ ਲੱਗੀ ਹੈਗੀ ਆ ਸਿਆਲ ਦਾ, ਇੱਥੇ ਵੀ ਕੋਈ ਨਹੀਂ ਉਹ ਹੈਗਾ, ਇੱਥੇ ਕਰਕੇ ਛੋਟਾ ਹੈਗਾ, ਇੱਥੇ ਵੀ ਉੱਤੇ ਅਧਕ ਹੈ ਐਕਚੁਅਲੀ। ਅਈਓ ਰਮਈਆ ਵਰਡ ਜਿਹੜਾ ਹੈਗਾ
ਤੁਸੀਂ ਦੇਖ ਲਓ ਓਕੇ ਜਾਂ ਰਮਈਏ ਪੜ੍ਹਨਾ ਹੈਗਾ ਈਡੀ ਨੂੰ ਸਿਆਰੀ ਲੱਗ ਕੇ ਤਾਂ ਆ ਜਾਂਦਾ ਹੈਗਾ ਤੇ ਇਹਦਾ ਮਤਲਬ ਉਹਦੇ ਉੱਤੇ ਅਧਿਕ ਲਿਖਾ ਹੈ ਰਮਈਆ ਮਮੇ ਤਾਂ ਈਡੀ ਦੀ ਸਿਆਰੀ ਦੇ ਵਿੱਚ ਤਾਂ ਹੀ ਉਹ ਫਿਰ ਰਮਈ ਈਡੀ ਦੀ ਸਿਆਰੀ ਜਿਹੜੀ ਸੀਗੀ ਉਹ ਈ ਵਾਂਗੂ ਬਣ ਗਈ ਰਮਈਆ ਬਣ ਗਿਆ ਇਦਾਂ ਹੀ ਜਿਹੜਾ ਹੈਗਾ ਮੈਂ ਤੁਹਾਨੂੰ ਹੋਰ ਵੀ ਇੱਕਦਮ ਦਹੀਂ ਹੁਣ ਇਹਦੇ ਵਿੱਚ ਆ ਜਾਂਦਾ ਹੈਗਾ ਵੀ ਨਾਲ ਇੱਕ ਹੋਰ ਸਿਆਰੀ ਲੱਗੀ ਹੈਗੀ ਆ ਸੋ ਇਹਨੂੰ ਪੜੋ ਦਈਏ ਮੈਂ ਕਿਹਾ ਸੀ ਨਾ ਜਿੱਥੇ ਵੀ ਗੁਰਮੁਖ ਜਿਹੜਾ ਹੈਗਾ ਜਦ ਪ੍ਰਗਟ ਹੋ ਜਾਂਦਾ ਤੁਸੀਂ ਉਹਨੂੰ ਹਾਈਡ ਨਹੀਂ ਫੇ ਕਰ ਸਕਦੇ ਓਕੇ ਉਹਨੂੰ ਬੋਲਣਾ ਹੀ ਪੈਣਾ ਹੈਗਾ ਸੋ ਫਿਰ ਇਹ ਦਈਏ ਵਾਂਗੂ ਪੜ੍ਹਨਾ ਹੈਗਾ ਆ ਜਿਹੜਾ ਹੈਗਾ ਦਈਓ ਪੜ੍ਹਨਾ ਹੈਗਾ ਮਗਰੋਂ ਛੋਟਾ ਜਿਹੜਾ ਹੈਗਾ ਤੇ ਉੱਦਾਂ ਮੁਈਏ ਓਕੇ ਮੰਮੀ ਨੂੰ ਔਂਕੜ ਹੈਗਾ ਉੱਤੇ ਅਧਕਿਆ ਤਾਂ ਮੁਈਏ ਬਣਿਆ ਹੈਗਾ ਓਕੇ ਇੱਥੇ ਹੁਣ ਦੂਇਆ ਬਣ ਜਾਂਦਾ ਦੂਇਆ ਓਕੇ ਆ ਰਮਈਏ ਲਿਖਿਆ ਨਾ ਹੁਣ ਇਹ ਕੀ ਹੈਗਾ ਅਸਲੀ ਚਲੋ ਲੈਟਸ ਟੇਕ ਦੈਟ ਐਗਜ਼ਾਮਪਲ ਤਾਂ ਮੈਂ ਬਾਕੀ ਸਾਰੇ पे आपे क्लियर हो जाएगा we are going to explain that रारा मम्मा यैया और पिछले ते चलो बस ओते रहो तो ओके तो उत्ते दे लाम लगी राइट ਹੁਣ ਇਹਨੂੰ ਕੀ ਕੀਤਾ ਰਾਰਾ प्लस मम्मा प्लस यैया ਤੇ ਇਹਦੇ ਉੱਤੇ ਲਾਮ ਲੱਗਣੀ ਹੈਗੀ ਆ ਇਹਦਾ ਕੀ ਆ ਗਿਆ ਈਡੀ ਨੂੰ ਸਿਆਰੀ ਉੱਤੇ ਯੈया प्लस ਐੜਾ ਤੇ ਇਹਦੇ ਉੱਤੇ ਹੁਣ ਲਾਮ ਲੱਗੀ ਹੁਣ ਜਿੱਦਾਂ ਪਹਿਲਾਂ ਪਿਓ ਦਾ ਦੱਸਿਆ ਸੀ ਕਿ ਲਾਮ ਜਿਹੜੀ ਹੈਗੀ ਆ ਹੁਣ ਐੜੇ ਨੂੰ ਤਾਂ ਲੱਗਣੀ ਨਹੀਂ ਹੈਗੀ ਸੋ ਈਡੀ ਨੂੰ ਲੱਗਣੀ ਹੈਗੀ ਆ ਇਹਨੂੰ ਜਿਹੜਾ ਹੈਗਾ ਅਸੀਂ ਇਹ ਰਿਪਲੇਸ ਕਰ ਦੇਣਾ ਹੈਗਾ ਈਡੀ ਦੇ ਨਾਲ ਤਾਂ ਈਡੀ ਨੂੰ ਸਿਆਰੀ ਪਲੱਸ ਏ ਹੁਣ ਆਹ ਪੁਆਇੰਟ ਮੈਂ ਇਹਦੇ ਵਿੱਚ ਕਰਨਾ ਮੰਗਦਾ ਅਸਲੀ ਇਹ ਵਰਡ ਹੈਗਾ ਰਮਈਆ ਜੱਜਾ ਜਿਹੜਾ ਹੈਗਾ ਨਾ ਪਹਿਲਾਂ ਉਦੋਂ ਅੱਧਾ ਇੱਕ ਅਜਈਆ ਪਹਿਲਾਂ ਉਹਦੇ ਵਿੱਚ ਵੀ ਅੱਧਾ ਜਈਆ ਜੇ ਮੈਂ ਉਹਦੇ ਵਿੱਚੋਂ ਅੱਧਾ ਜਈਆ ਲੈਣਾ ਤਾਂ ਈਡੀ ਦੀ ਸਿਆਰੀ ਤਾਂ ਐੜੇ ਦੇ ਵਿੱਚੋਂ ਕੀ ਆ ਗਿਆ ਈਡੀ ਦੀ ਸਿਆਰੀ ਆ ਗਈ ਕਿ ਨਹੀਂ ਓਕੇ ਉਹ ਜਿਹੜੀ ਈਡੀ ਦੀ ਸਿਆਰੀ ਨਾਲ ਐੜਾ ਆਇਆ ਹੈਗਾ ਨਾ ਨਾਲ ਉਹਦੇ ਕਰਕੇ ਇਹਦਾ ਕੀ ਹੋਇਆ ਹੈਗਾ ਉਹਦੇ ਉੱਤੇ ਸਟ੍ਰੈਸ ਦਿੱਤਾ ਹੈਗਾ ਤਾਂ ਇਹ ਜਿਹੜਾ ਹੈਗਾ ਹੁਣ ਈ ਦੀ ਆਵਾਜ਼ ਦੇ ਵਿੱਚ ਬਣ ਗਿਆ ਹੈਗਾ ਤਾਂ ਉਹ ਕੀ ਬਣ ਗਿਆ ਉਹਨੂੰ ਹੁਣ ਲਿਖ ਦਿਓ ਰਮਈਏ ਕੋਈ ਵੀ ਇਹਨਾਂ ਦੇ ਵਿੱਚੋਂ ਲੈ ਦਈਏ ਲੈ ਲਓ ਪਰ ਉਹਨਾਂ ਦੇ ਉੱਤੇ ਅਦਕ ਕਰਕੇ ਹੈਗਾ ਤਾਂ ਹੀ ਜਦ ਤੁਸੀਂ ਸਵਈਏ ਪੜ੍ਹਦੇ ਆ ਉੱਥੇ ਪਾਏ ਹੋਏ ਆ ਉਹ ਦੇਖਣ ਨੂੰ ਇਦਾਂ ਲੱਗਦਾ ਹੈਗਾ ਵੀ ਇਹ ਕਿੱਦਾਂ ਆ ਗਿਆ ਉੱਥੇ ਲੱਗੀ ਹੋਈ ਸਿਆਰੀ ਹੈਗੀ ਆ ਤਾਂ ਅਸੀਂ ਇਹਨੂੰ ਪੜ੍ਹੀ ਜਾਂਦੇ ਹੈਗੇ ਆ ਵੀ ਬਿਹਾਰੀ ਦੇ ਨਾਲ ਕਿਉਂ ਪੜ੍ਹਦੇ ਹੈਗੇ ਪਛਈਆ ਓਕੇ ਕਿਉਂ ਉਹਨੂੰ ਈ ਵਾਂਗੂ ਪੜ੍ਹਦੇ ਹੈਗੇ ਇਸੇ ਕਰਕੇ ਕਿਉਂਕਿ ਉਹਦੇ ਉੱਤੇ ਅਦਕ ਹੈਗਾ ਪਹਿਲਾਂ ਪਰ ਗੁਰਬਾਣੀ ਦੇ ਵਿੱਚ ਛੋਟੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਵਿੱਚ ਤਾਂ ਜ਼ਰੂਰ ਲੱਗੇ ਹੋਏ ਹੈਗੇ ਅਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਅਦਕ ਨਹੀਂ ਲਾਇਆ ਪਰ ਅਸੀਂ ਪੜ੍ਹਦੇ ਆ ਮਸਕਤ ਨਹੀਂ ਕਹਿੰਦੇ ਮਸ਼ੱਕਤ ਕਹਿੰਦੇ ਹੈਗੇ ਓਕੇ ਸੋ ਸਾਨੂੰ ਉੱਥੇ ਅਦਕ ਪੜ੍ਹਨੇ ਪੈਂਦੇ ਹੈਗੇ ਓਕੇ ਚਲੋ ਜੀ ਅੱਗੇ ਚਲੋ ਇਹ ਵੀ ਕਵਰ ਹੋ ਗਈ ਇਹ ਸੀਗਾ ਸਾਡਾ ਜਈਏ ਦਾ ਹੁਣ ਜਈਏ ਤੇ ਕੋਈ ਸਵਾਲ ਤਾਂ ਨਹੀਂ ਰਹਿ ਗਿਆ Alright, let's actually move on to the next one, which is haha. ਤਾਂ ਹੀ ਮੈਂ ਦੱਸਿਆ ਸੀ ਵੀ ਯਈਏ ਦੇ ਲੱਗਦਾ ਤਾਂ ਹੈਗਾ ਔਖਾ ਖਾਸ ਕਰਕੇ ਜਦ ਤੁਸੀਂ ਪੜ੍ਹਦੇ ਹੈਗੇ ਆ ਕਿੱਦਾਂ ਹੋ ਗਿਆ ਪਰ ਤੁਸੀਂ ਰੂਲ ਸਮਝ ਲਓ ਬੇਸਿਕ ਸਾਊਂਡ ਸਮਝ ਲਓ ਇਟਸ ਵੈਰੀ ਈਜ਼ੀ ਰੂਲ ਫੋਲੋ ਕਰਕੇ ਬਹੁਤ ਜ਼ਿਆਦਾ ਤੁਸੀਂ ਪੜ੍ਹ ਲਾਪਾ ਯੂ ਵਿਲ ਬੀ ਲੌਸਟ ਇਨ ਇਟ ਜਨਰਲੀ ਆਈ ਡਿਡਨਟ ਟ੍ਰਾਈ ਟੂ ਪਿੱਛੇ ਚਲੋ ਪਹਿਲਾਂ ਮੈਂ ਪੜ੍ਹ ਜਾ ਕੇ ਚੀਜ਼ ਇਹਦੇ ਵਿੱਚ ਹੈ ਨਾ M6 ਦੇ ਵਿੱਚ ਮੈਂ ਕੀ ਕੀਤਾ ਛੋਟੇ ਛੋਟੇ ਮਾਡਿਊਲ ਬਣਾਤੇ ਹੈਗੇ ਆ ਕਿਉਂਕਿ ਪਹਿਲਾਂ ਮੈਂ ਕਿਹਾ ਥੋੜਾ ਜਿਹਾ ਜਨਰਲਾਈਜ਼ ਇਨਫੋਰਮੇਸ਼ਨ ਤੁਹਾਨੂੰ ਦੇ ਦਵਾਂ ਹਾਂ ਇਹਦੇ ਉੱਤੇ ਕਿਉਂਕਿ ਦਿਸ ਇਜ਼ ਦ ਮੋਸਟ ਕਨਫਿਊਜ਼ਿੰਗ ਐਂਡ देयर ਆਰ ਡਿਫਰੈਂਸਿਸ ਅਮੰਗ ਡਾਇਰੈਕਟਲੀ ਡਿਫਰੈਂਟ ਸਕੂਲਸ ਆਫ ਥਾਟਸ ਐਟ ਉਹ ਥੋੜਾ ਜਿਹਾ ਕਵਰ ਕਰਕੇ ਨਾ ਤਾਂ ਦੈਨ ਆਈ ਵਿਲ ਗੋ ਟੂ ਯੂ نو ਔਂਕੜ ਤਾਂ all these things we are talking about ਪੰਜਾਬੀ ਨਾਲੋਂ ਫਰਕ ਕਿੱਥੇ ਆਉਂਦਾ ਅਖੀਰਲੇ ਅੱਖਰ ਨਾਲ ਜ਼ਿਆਦਾ ਲੱਗੇ ਹੁੰਦੇ ਹੈਗੇ
Don't confuse it any place else, you know. Actually, we are talking about the last letter, ਹਾਹੇ ਨੂੰ ਔਂਕੜ। ਹੋਰ ਕਿਤੇ ਵੀ ਆਇਆ ਜਿੱਦਾਂ ਪੰਜਾਬੀ ਪੜ੍ਹੀ ਦੀ ਉੱਦਾਂ ਹੀ ਪੜ੍ਹਨਾ ਹੈਗਾ ਕਿ ਪਹਿਲਾਂ ਆ ਗਿਆ ਮਗਰੋਂ ਆ ਗਿਆ, ਉਸੇ ਹਿਸਾਬ ਨਾਲ। ਸਿਰਫ ਉੱਥੇ ਫਰਕ ਪੈਂਦਾ ਹੈਗਾ ਜਦ ਤੁਸੀਂ ਅਖੀਰਲੇ ਅੱਖਰ ਨਾਲ ਕਰਦੇ ਆ ਜਾਂ ਜਿੱਥੇ ਕਿਤੇ ਦੋ ਹਾਹੇ ਇਕੱਠੇ ਆ ਗਿਆ, ਇੱਕ ਨੂੰ ਕੁਛ ਲੱਗਾ ਹੈਗਾ, ਤਾਂ ਉਹਦੇ ਨਾਲ ਵੀ ਥੋੜ੍ਹਾ ਜਿਹਾ ਫਰਕ ਪੈਂਦਾ ਹੈਗਾ ਨਾਲ ਕਵਰਦਾਰ। ਸੋ ਆਈ ਚੇਂਜ ਇਟ ਇਨਟੂ ਸੈਵਰਲ ਮਾਡਿਊਲਸ, 4-5 ਮਾਡਿਊਲ ਇਹਦੇ ਬਣਾ ਕੇ। ਪਹਿਲਾ ਮਾਡਿਊਲ ਜਿਹੜਾ ਹੈਗਾ ਤਾਂ ਉਹਦੇ ਵਿੱਚ ਜਿਹੜੀ ਹੈਗੀ ਜਨਰਲ ਰੂਲਸ ਜਿਹੜੇ ਹੈਗੇ ਆ, I'm going to give you a very simple rule of thumb। ਉਹਨੂੰ ਤੁਸੀਂ ਜਨਰਲੀ ਅਪਲਾਈ ਕਰ ਸਕਦੇ ਆ। ਜਦ ਤੁਸੀਂ ਫਿਰ ਗਾਹਾਂ ਸਪੈਸੀਫਿਕ ਰੂਲਸ ਦੇ ਵਿੱਚ ਤੁਸੀਂ ਕਹਿੰਦਾ ਜਾਂ ਜਿੱਦਾਂ ਇਹ ਦੱਸਿਆ ਸੀ ਵੀ ਉਹਨਾਂ ਨਾਲ ਐਗਰੀ ਕਰਦਾ, ਬਟ ਐਟਲੀਸਟ ਜਿੱਦਾਂ ਮੈਂ ਜੀਏ ਨੂੰ ਸੌਖਾ ਕਰਕੇ ਈਡੀ ਨੂੰ ਸਿਆਰੀ ਤਾਂ ਐਡਾ ਕਰ ਦਿੱਤਾ, ਬਟ ਆਈ ਕਵਰ ਯੂ ਨੋ ਬੋਥ ਆਫ ਦੈਮ। ਇਹਦੇ ਵਿੱਚ ਮੈਂ ਤੁਹਾਨੂੰ ਰੂਲ ਆਫ ਥੰਬ ਪਹਿਲਾਂ ਦੱਸ ਦੇਣਾ ਹੈਗਾ। ਚਲੋ ਜੀ ਅੱਗੇ। ਇਹਦੇ ਵਿੱਚ all I'm saying is there are 3 different schools of thought। ਵੀ ਜਦ ਅਸੀਂ ਹਾਹੇ ਨੂੰ ਕਰਦੇ ਹੈਗੇ, ਚਾਹੇ ਸਿਆਰੀ ਲੱਗੀ ਹੋਈ ਆ, ਚਾਹੇ ਬਿਆਰੀ ਲੱਗੀ ਹੈਗੀ ਆ, ਸਿਆਰੀ ਲੱਗੀ ਚਾਹੇ ਔਂਕੜ ਲੱਗਾ ਹੈਗਾ ਅਖੀਰਲੇ ਲੈਟਰ ਨਾਲ, should we pronounce it or shouldn't we pronounce it? If we pronounce it, how do we pronounce it? So different kind of actually thoughts ਹੈਗੀਆਂ ਇਹਦੇ ਉੱਤੇ ਜੁਦੀਆਂ ਵੀ ਕੀ ਕਰਨਾ ਚਾਹੀਦਾ। ਇੱਕ ਤਾਂ ਥਾਟ ਸੀਗੀ ਵੀ ignore it, they are for grammatical reason, ਵੀ ਕੇਸ ਮੰਨਦਾ ਜਾਂ ਜੋ ਕੁਝ ਕਰਦਾ ਪਰ ਕਿਤੇ ਵੀ ਨਾ ਪੜੋ। ਓਕੇ, ਉਹ ਸੀਗਾ ਕਿ GB ਸਿੰਘ ਹੋਇਆ ਹੈਗਾ ਹਿਸਟੋਰੀਅਨ, ਉਹਨੇ ਕਾਫੀ ਜਾਨੀ ਹੀ ਹੈਜ਼ ਡਨ ਲਾਟ ਆਫ ਗੁੱਡ ਜੌਬ ਵਰਕ ਇਨ अर्ਲੀ 1900। ਪਰ ਪ੍ਰੋਬਲਮ ਇਹ ਸੀਗੀ ਵੀ ਉਹ ਸੀ ਹਿਸਟੋਰੀਅਨ, ਹੀ ਇਜ਼ ਨਾਟ ਐਕਸਪਰਟ ਔਨ ਗੁਰਬਾਣੀ ਪਰ ਸੇ। ਓਕੇ, ਬਟ ਹੀ ਵਾਜ਼ ਡੈਫੀਨਿਟਲੀ ਅ ਗੁੱਡ ਪਰਸਨ ਟੂ ਨੋ ਪੰਜਾਬੀ ਦੀ ਕੀ ਬੈਕਗਰਾਊਂਡ, ਅੱਖਰ ਕਿੱਥੋਂ ਆਏ ਕਿੱਥੋਂ ਨਹੀਂ ਆਏ ਹੈਗੇ, ਇੱਦਾਂ ਦੀ ਜਿਹੜੀ ਸਟੱਡੀ ਸੀਗੀ ਹੀ ਵਾਜ਼ ਗੁੱਡ ਐਟ ਇਟ। GB ਸਿੰਘ ਉਹ ਕਹਿੰਦਾ ਨਾ ਕਰੋ, and that you should completely ignore it, that's not true, and you are going to see that why it's not when I go through all the example. So ਦੂਜਾ ਰੂਲ ਹੈਗਾ ਵੀ yeah, there is a grammatical reason for actually all these ਔਂਕੜ that which includes case। ਪਰ ਜਿੱਦਾਂ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਤੁਹਾਨੂੰ ਅੱਖਰਾਂ ਦੀ ਜਿਹੜੀ ਹੈਗੀ ਆ ਕਲਾਸੀਫਿਕੇਸ਼ਨ ਜਿਹੜੀ ਹੈਗੀ ਵੀ ਨਾਊਨ ਆ ਜਾਂ ਪ੍ਰੋਨਾਊਨ ਆ ਜਾਂ ਵਰਬ ਆ ਜਾਂ ਇੰਟਰਜੈਕਟਿਵ ਹੈਗਾ, ਇਹ ਸਾਰੇ ਤੁਹਾਨੂੰ ਆਉਣੇ ਚਾਹੀਦੇ ਹੈਗੇ। ਆਈ ਡਿਡਨਟ ਸਪੈਂਡ ਮਚ ਟਾਈਮ ਔਨ ਇਟ, ਬਟ ਮੋਸਟ ਆਫ ਯੂ ਡੂ ਪ੍ਰੋਬਬਲੀ ਨੋ ਮੋਰ ਦੈਨ ਮੀ ਐਕਚੁਅਲੀ ਔਨ ਦੋਜ਼ ਕਾਈਂਡ ਆਫ ਥਿੰਗ। ਕਿਉਂਕਿ ਇੰਗਲਿਸ਼ ਦੇ ਵਿੱਚ ਵੀ ਇੱਦਾਂ ਹੀ ਹੈਗਾ, ਬਾਕੀ ਕਿਸੇ ਵੀ ਲੈਂਗੁਏਜ ਦੇਖੋਗੇ ਉਹ ਤਾਂ ਹੋਣੇ ਹੀ ਹੋਣੇ ਹੈਗੇ ਆ। ਸੋ ਦੇਰ ਆਰ ਆਲਵੇਜ਼ ਥਿੰਗਸ ਦੈਟ ਗੋਜ਼ ਵਿਦ ਦੈਟ, ਦੇਰ ਆਰ ਗ੍ਰਾਮੈਟੀਕਲ ਰੂਲਸ ਐਂਡ ਦੋਜ਼ ਰੂਲਸ ਐਕਚੁਅਲੀ ਟੈਲ ਅਸ ਵੈਦਰ ਵੀ ਸ਼ੁਡ ਪ੍ਰੋਨਾਊਂਸ ਇਟ ਔਰ ਨਾਟ। Okay, based on that we should be doing that। ਇੱਕ ਤੀਜਾ ਹੈਗਾ ਵੀ ਇਹਨੂੰ ਥੋੜ੍ਹਾ ਜਿਹਾ ਸਿੰਪਲੀਫਾਈ ਕਰ ਲਓ। ਜਿੱਥੇ ਵੀ ਆ ਇਹਨੂੰ ਸਿਆਰੀ ਆ ਗਈ ਉਹਨੂੰ ਹੇ ਮੰਗ ਪਾ ਲਓ, ਜਿੱਥੇ ਆ ਇਹਨੂੰ ਔਂਕੜ ਆ ਗਿਆ ਉਹਨੂੰ ਹੋ ਮੰਗ ਪਾ ਲਓ। Okay, that's the third school। I just put the references are from this book, ਜਿਹੜੀਆਂ but I'm going to actually present you the middle one, use as a starting point, and then I'll tell you where the differences are, with the not the first one with the other one। Okay, so I'll actually go through that one। Okay, chalo हाँ पहला missionary college ਜਿਹੜਾ ਹੈਗਾ ਉਹ they are of the thinking, I'm going to give you, forget about that one, look at this board and you will actually understand। ਉਹ ਕਹਿੰਦੇ ਆ ਜਿਹੜਾ ਇੱਦਾਂ ਹੈਗਾ ਨਾ ਕੰਪਲੀਟਲੀ ਰਿਪਲੇਸ ਇਟ, ਜਿਹੜਾ ਔਂਕੜ ਆ ਉਦੋਂ ਪਹਿਲੇ ਅੱਖਰ ਦੇ ਨਾਲ ਕਨੌੜਾ ਲਾ ਦਿਓ, ਕਹ। ਓਕੇ, ਹਾਹਾ ਜਿਹੜਾ ਇਹਨੂੰ ਛੱਡਿਆ ਨਹੀਂ, ਤੁਸੀਂ ਪ੍ਰੋਨਾਊਂਸ ਕੀਤਾ। ਓਕੇ, ਕਈਆਂ ਥਾਂ ਤੇ ਉਹਨਾਂ ਨੇ ਇਹ ਵੀ ਦੱਸਣਾ ਹੈਗਾ ਵੀ ਯੂ ਡੋਂਟ ਹੈਵ ਟੂ ਪ੍ਰੋਨਾਊਂਸ ਇਟ ਡਿਪੈਂਡਿੰਗ ਅਪੋਨ ਦਾ ਵਰਡ ਇਟਸੈਲਫ। ਓਕੇ, ਇਹਦੇ ਵਿੱਚ ਕਹ ਵਰਡ ਜਿਹੜਾ ਹੈਗਾ ਕੰਪਲੀਟ ਵਰਡ, ਇੱਕ ਅੱਖਰ ਵੀ ਨਹੀਂ ਇਕੱਲਾ ਵਰਡ ਬਣ ਸਕਦਾ। ਕਹਿ ਤੋਂ ਕਹ ਬਣਿਆ, ਹਾਂ ਇਹਨੂੰ ਔਂਕੜ ਲਾ ਕੇ, ਸੋ ਇਸ ਕਰਕੇ ਕਹ ਜਿਹੜਾ ਹੈਗਾ ਇਹ ਬਣ ਗਿਆ। ਓਕੇ, ਇਹਦੇ ਵਿੱਚ ਹੁਣ ਕਿਉਂ ਬਣਿਆ ਹੈਗਾ, ਸਿੰਪਲ ਹੈਗਾ। ਅਸੀਂ ਪਿੱਛੇ ਦੇਖ ਕੇ ਆਏ ਹੈਗੇ ਆ, ਅਸੀਂ ਇਹਨੇ ਕੀਤਾ ਸੀਗਾ ਵੀ ਇਹਦੇ ਵਿੱਚ ਲੁਪਤ ਹੁੰਦਾ ਹੈਗਾ ਤਾਂ ਨਾਲ ਉਹ ਲੱਗਦਾ ਹੈਗਾ, ਤਾਂ ਉਹਨੂੰ ਕਹ ਮੰਗ ਪੜ੍ਹਨਾ ਹੈਗਾ। ਤਾਂ ਆਮ ਗੁੱਡ ਗਿਵ ਯੂ ਸਮ ਐਗਜ਼ਾਮਪਲ ਸ਼ਾਰਟਲੀ। ਓਕੇ, ਸੋ ਬੇਅਰ ਵਿਦ ਮੀ ਔਨ ਦੈਟ। ਪਹਿਲਾ ਤਾਂ ਇਹ ਰੂਲ ਹੈਗਾ। ਤਾਂ ਦੂਜਾ ਹੁੰਦਾ ਕਈਆਂ ਥਾਂ ਦੇ ਉੱਤੇ ਆ ਜਾਂਦਾ ਐੜਾ ਤਾਂ ਹਾਹੇ ਨੂੰ ਔਂਕੜ ਇਕੱਠੇ ਆ ਜਾਂਦੇ, ਉੱਥੇ ਜਿਹੜਾ ਹੁੰਦਾ ਇਹਨੇ ਹੋੜੇ ਵਾਲੀ ਆਵਾਜ਼ ਦੇਣੀ ਹੈਗੀ ਆ। ਓਕੇ,
दस्यो दस्यो बन जाना है। मैं I'll give you example of that one। इतना ही जड़े हैगे आ। हाँ by the way कोई भी अखर हैगा औंकड़ हैगा ये भी शॉर्ट वावल हैगा, सियारी हैगी आ वो भी शॉर्ट वावल हैगा, राइट। ये दोए भैन भरा हैगे आ, दोवां नूं इक्को ही रूल लगदे हैगे आ। ये नहीं हो भी एक थां ते असीं कहिए असीं आ रूल ला लिया, दूए थां ते दो कर लिया, ओके। तो कई बारी जिहड़ा हुंदा हैगा जिद्दां हुण सियारी वाला आ जांदा, असीं ये भी कहने कह, ਆਪਾਂ we already went through that one। क्यों आ जाता आ एड़िया तो ऊड़े नूं औंकड़ करके कौ वांगू बन जाता हैगा, आ सियारी तो ऊड़े नूं औंकड़ सियारी तो एड़े करके जिहड़ा हैगा उहदे विच दलावां वांगू जिद्दां भै लिखिया सीगा कह वांगू बन गया, ओके। सो असीं इन्हां नूं पर कईयां थां दे उत्ते आ जाता हैगा दो दो अखर इकट्ठे आ जाते हैं। हुण कहो काहो कहना, कहो कहा कहना या कहो कहना, प्रोनाउंसीएशन दे विच फर्क इदा आ जाता है। पर जिहड़ा हैगा मिशनरी कॉलेज वो कहंदे भी आ जिहड़ा हैगा पहले अखर दे उत्ते ला के तो कहो मैं ऊड़े नूं औंकड़ वांग करके उन्हें कहो कह दिओ, ओके। तो जिहड़ा सी एक होर थॉट हैगी आ जिहड़े वो कहंदे कहो कहो, जिद्दां हुण हैगे अपने भाई जोगिंदर सिंह वो कहते कहो बन जाना है, ओके। उन्होंने जी थॉट हैगी इट्स वेरी मच जिदा हम वर्ड लिखा भी कौर लिखा आप इंग्लिश के कौर पाने है का, क्योंकि बचो हाहे के कक्के के करना सीगा कन्ने के करके कौर है, कौर नूं ही असीं लिखिया है इदा कलौड़े वाली आवाज़ सी ना जिन्होंने असीं इंग्लिश च इदा लिखिया है। उन्होंने सीगा भी जे प्राकृति दे विच इहनूं लिखिया जावे तो काहो मन बन जाना भी आ तो ओहो दी साउंड रल के कनौड़े मन साउंड इट विल साउंड लाइक, क्योंकि प्रकृति दे विच कनौड़ा तो दलावां जिहड़ियां सीगियां दे एलिमिनेटेड दैट। सो इस करके वो विच इदां दे अखर आ जांदे हैगे भी जिन्हां दे करके ये जुदे अखर बनाने पे हैगे। दैट्स व्हाट आई एम कवरिंग, दैट्स द जनरल रूल यू नो एक्चुअली लुकिंग एट। पर जे यही अखर जिहड़ा होवे औंकड़ वाला तीजे अखर नूं लग जाता हैगा तो फिर जिहड़ा हैगा इहदे उत्ते होड़ा बन जाता हैगा। हुण कनौड़ा नहीं संतौ नहीं बनिया हैगा। जे फिर नॉट ए सैकंड लैटर जिद्दां इहनां दे विच सीगा, ओके, तीजा अखर होवे जां चौथा होवे पंजवां होवे छेवां होवे जिथे भी होवे फिर इहने होड़े वांगू आवाज़ करनी है। इदां ही जे आ जिहड़ा तीजा अखर होवे गावै, हुण तीजा अखर बन गया गावे, वो फिर लाम वाली साउंड होगी दलावां वाली नहीं गावे, पर उत्ते मैं बिंदी पाउणा है तो बहुत सारे गावे 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 कहते हैं, कई गावै गावै कहते हैं, गावे सिंगुलर बन जाता है असल प्लूरल वर्ड हैगा, इट डजंट साउंड राइट जब तू जाने है। क्लीयर, यह जानी ये मैं कवर किया है जनरल रूल, ओके। It's already covered in this particular example। हाँ ये इको मैं होर करना सीगा, I'll do that when we come to that example, okay। भाई जोगिंदर सिंह उन्होंने भी दस दिता कि क्यों कहते हैं भी जब इदा आते हैं ही ब्रेक्स इट इनटू जिहड़ा भी अखर दे विच आया भी जिहड़ा एड़ा लुप्त भी हैगा वो भी तो दूआ जिहड़ा हैगा तो नाल ही ऑलवेज एक्चुअली मेक्स ए पॉइंट भी थोड़ा जिहा तुसीं स्ट्रैस करके उन्होंने कहो गावें गावें तुद नूं गावें तुद नूं, ओके। भी उन्होंने जो स्ट्रैस करके कहोगे तो फिर जिहड़ा मीनिंग हैगा जिहड़ा क्लीयर आ जाता। तो दूजी गल जिहड़ी अगे चलो, हाँ मैं दस्सिया सी ना भी औंकड़ तो हाहे नूं सियारी जिहड़ी आ नाल आ जांदी दूए अखर दे हाहे दे नाल ही। हुण इत्थे जां असीं इहनूं कहना इहनूं हो पढ़ना जां हो पढ़ना, तुसीं होवो बनदा हैगा हो, तुसीं बन जाओ, तुसीं इदां दे हो जावो, ओके। इदां जिहड़ा हैगा हाहा तो हाहे नूं सियारी, इहदे विच तो हाहे नूं दलावां उत्ते बिंदी ते देयर इज नो डिफरेंस इस बाय प्लूरल है
ਹਨ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹੈਗੇ ਆ। ਇਹਨੂੰ ਹੈ ਨਹੀਂ ਪੜ੍ਹਨਾ ਹੈਗਾ, ਨਾ ਹੈ ਪੜ੍ਹਨਾ, ਨਾ ਹੈ ਪੜ੍ਹਨਾ ਹੈਗਾ, ਨਾ ਹੈ ਪੜ੍ਹਨਾ ਹੈਗਾ, ਅਸੀਂ ਇਹਨੂੰ ਹੈ ਪੜ੍ਹਨਾ ਹੈਗਾ। Okay? Otherwise, actually you can see that if you actually try to apply, some of the people say, change it to lam or this one, then you are going to get into, what am I saying? ਤੁਸੀਂ ਆਪ confused ਹੋਣਾ ਇਹਦਾ ਕੀ meaning ਕੀ ਬਣਦਾ ਹੈਗਾ। Okay? ਸੰਤੋ ਮੈਂ ਆਲਰੇਡੀ ਕਰ ਦਿੱਤਾ ਵੀ ਉਹਦੇ ਉੱਤੇ ਪਹਿਲੇ ਤੇ ਆ ਗਿਆ। ਹਾਂ, ਜੇ ਮੈਨੂੰ ਪੁੱਛੋ ਵੀ ਇਹਦਾ ਕਿੱਦਾਂ, ਇਹ ਮਿਸ਼ਨਰੀ ਕਾਲਜ ਵਾਲਿਆਂ ਦਾ ਹੈਗਾ ਵੀ ਇਹਨੂੰ ਸੰਤੋ ਪੜ੍ਹੋ। ਮੈਂ ਕਹਿੰਦਾ ਹੈਗਾ ਵੀ ਹਾਹੇ ਨੂੰ ਵੀ ਬਿਲਕੁਲ ਐਲੀਮੀਨੇਟ ਨਾ ਕਰ ਦਿਓ, ਥੋੜੀ ਜਿਹੀ ਸਾਊਂਡ ਉਹਦੀ ਵੀ ਸੰਤੋ ਹਾਹਾ ਵੀ ਵਿੱਚ ਰੱਖੋ। ਓਕੇ, you should not actually do that. That's my personal, actually pronunciation of it. Okay, चलो जी आगे। अंकल जी example 1 can you repeat? हाँ? Pronounce किमें करना हो हाहा लास्ट ਵਿੱਚ ਹਾਹਾ ਹੈਗਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਨਹੀਂ, ਬਿਲਕੁਲ ਨਹੀਂ, ਉਹਦੇ ਵਿੱਚ ਨਹੀਂ, ਉਹਦੇ ਵਿੱਚ ਬਿਲਕੁਲ ਇਹ ਹੁਣ ਇਹ ਸਿਰਫ ਤਾਂ ਹੀ ਇਹਨੂੰ ਹੈ ਨਾ ਕਰਿਆ ਕੀਤਾ ਹੈਗਾ ਵੀ ਇਟਸ ਅ ਕਨਸੋਨੈਂਟ but it does have some of the qualities of vowels। ਜਿਹੜੀ ਮਗਰਲੀ ਸਾਊਂਡ ਆ ਗਈ ਆ ਨਾ ਉਹ ਵਾਵਲ ਵਾਂਗੂ ਬਣ ਜਾਂਦੀ ਹੈਗੀ ਆ। ਓਕੇ, ਜਿੱਦਾਂ ਇਕੱਠੇ ਆ ਗਏ। ਓਕੇ, ਚਲੋ ਜੀ ਅੱਗੇ ਦੂਜਾ ਮਾਰੋ ਵਰਡ ਜਿੱਥੇ ਵੀ ਨਾਉਨ ਪ੍ਰੋਨਾਉਨ ਐਡਜੈਕਟਿਵ ਜਾਂ ਇੰਟਰਜੈਕਸ਼ਨ ਆ ਜਾਵੇ ਉਹਨਾਂ ਦੇ ਥੱਲੇ ਔਂਕੜ ਲੱਗਾ ਆ। You do not pronounce it according to missionary college. I want to emphasize मैं सारा reference ਜਿਹੜੀ ਦੇ ਰਿਹਾ ਹੈਗਾ ਨਾ based on that। Okay, so missionary college ਦੇ ਮੁਤਾਬਕ ਇਹ ਸਾਰੇ ਜਿਹੜੇ ਹੈਗੇ ਆ ਇਹਨੂੰ ਦੇ ਇਹ ਨੇ ਵਾਹ ਤਾਂ ਹੀ ਅੱਜ ਕੱਲ੍ਹ ਤੁਸੀਂ ਕਈ ਵਾਰੀ ਦੇਖੋਗੇ lot of people are changing their pronunciation, even singing ਵਾਹ ਵਾਹ ਜਿੱਥੇ ਕਹਿੰਦੇ ਹੁਣ ਕਹਿਣਗੇ ਵਾਹ ਵਾਹ ਕਰਨ ਲੱਗ ਪੈ ਗਿਆ ਕਿਉਂਕਿ as people understand some of the grammar they are changing it, but the problem is ਜਿਹਦਾ ਵੀ ਧੜਾ ਜ਼ਿਆਦਾ ਹੋਵੇ ਜੇ ਟਕਸਾਲ ਵਾਲੇ ਕਹਿੰਦੇ ਵਾਲਿਆਂ ਦਾ ਹੈਗਾ ਵੀ ਉਹ ਕਹਿੰਦੇ ਹੈਗੇ ਵੀ ਵਾਹ ਪੜ੍ਹੋ because they have large following। okay, ਹੋ ਸਕਦਾ ਅੱਜ ਤੋਂ 20 ਸਾਲ 25 ਸਾਲ ਬਾਅਦ ਉਹ ਵਰਲਡ ਹੀ ਵਾਹ ਬਣ ਜਾਵੇ, ਸਾਰਿਆਂ ਨੇ ਵਾਹ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਵਾਹ ਬਣ ਗਿਆ। To me it doesn't make any difference from that perspective। ਜੇ ਉਹ word ਜਿਹੜਾ ਹੈਗਾ everybody understand that's what it means, then that's the pronunciation of it at that time। okay, ਹਾਂਜੀ ਉਹਦਾ ਸਟ੍ਰੈਚ ਕੀਤਾ। ਓਕੇ, ਹੁਣ ਇੱਕ ਹੋਰ ਸਵਾਲ ਤੁਹਾਡੇ ਮਨ ਦੇ ਵਿੱਚ ਆਉਣਾ ਚਾਹੀਦਾ ਸੀਗਾ ਇਮੀਡੀਏਟਲੀ ਵੀ ਜੇ ਨਾਉਨ ਹੈਗਾ where does this one comes from? ਦੇ ਦਾ ਕੀ ਮਤਲਬ ਹੈ? ਹਾਂ, ਸਰੀਰ। ਹਾਂ, ਓਕੇ, ਵੈਰੀ ਗੁੱਡ। ਜੇ ਦੇ ਦਾ ਮਤਲਬ ਸਰੀਰ ਹੈਗਾ is ਦੇ feminine word or masculine word? masculine। ਹਾਂ, masculine। ਦੇ ਨਿਮਾਣੀ feminine ਹੋ ਗਿਆ तो फिर औकड़ कितों आ गया? निमाणी लिखोगे फिर फेमिनिन है। हाँ? पर जे कल्ली दे आ तो ਕੱਲੀ ਗਿਆ ਨਾ कल्ली आ ਕੱਲਾ थोड़ी गया। तो ਹੁਣ ਜੇ ਤੁਸੀਂ ਔਕੜ ਆਇਆ ਔਕੜ ਕਿੱਥੇ ਜਾਂਦਾ ਹੁੰਦਾ ਕੱਲੀ ਜਾਂ ਸਿੰਗੂਲਰ ਹੋਵੇ। ਹੁਣ ਇਹ ਕੀ ਗੱਲ ਹੋ ਗਈ ਹੈਗੀ? ਹਾਊ ਕਮ ਨੋਬਡੀ ਆਸਕ ਦੈਟ ਕੁਐਸਚਨ? ਕਿਹੜਾ ਜੀ? ਹਾਂ, ਇਹ ਕਿਹੜਾ ਕੁਐਸਚਨ? ਸਿੰਗੂਲਰ ਵਰਡ ਆ ਤੇ ਔਕੜ ਲੱਗਿਆ। ਜੇ ਸਿੰਗੂਲਰ ਵਰਡ ਹੋਵੇ ਮੈਸਕੂਲਨ ਸਿੰਗੂਲਰ ਵਰਡ ਉੱਥੇ ਔਕੜ ਹੁੰਦਾ ਹਮੇਸ਼ਾ, ਰਾਈਟ। ਜੇ ਔਕੜ ਉੜ ਜਵੇ ਤਾਂ ਉਹ ਜਿਹੜਾ ਹੈਗਾ ਫੈਮਿਨਿਨ ਵਰਡ ਹੋ ਸਕਦਾ ਜਾਂ ਉਹਦੇ ਵਿੱਚ ਪ੍ਰੈਪੋਜੀਸ਼ਨ ਹੋਊਗੀ, ਰਾਈਟ, ਜਾਂ ਉਹ ਪਲੂਰਲ ਹੋਊਗਾ। ਇਹਨਾਂ ਤਿੰਨਾਂ ਚੋਂ ਇੱਕ ਚੀਜ਼ ਹੋ ਸਕਦੀ ਹੈਗੀ। ਓਕੇ, ਪਰ ਮੈਂ ਇਹਦੇ ਵਿੱਚ ਕਿਹਾ ਹੈਗਾ ਵੀ ਇਹ ਨਾਉਨ ਹੈਗਾ ਤਾਂ ਇੱਥੇ ਹੁਣ ਮੈਂ ਇਹਦੇ ਵਿੱਚ ਦੱਸ ਰਿਹਾ ਹੈਗਾ ਵੀ ਇਹ ਵੀ ਇਹਦੇ ਵਿੱਚ ਆ ਗਿਆ ਤਾਂ ਇਹ ਕਿੱਥੋਂ ਆ ਗਿਆ? ਬਹੁਤ ਸਿੰਪਲ ਹੈ, ਇਟਸ ਨਾਟ ਦੈਟ ਹਾਰਡ। ਯੂ ਹੈਵ ਟੂ ਲੁੱਕ ਐਟ ਦ ਕਾਂਟੈਕਸਟ is used in। ਕਿਹੜੇ ਕਾਂਟੈਕਸਟ ਦੇ ਵਿੱਚ ਉਹ ਵਰਡ ਜਿਹੜਾ ਹੈਗਾ ਯੂਜ਼ ਕੀਤਾ ਗਿਆ ਸੀਗਾ। ਓਕੇ, ਲਾਈਨ ਪੜ੍ਹਨੀ ਪਊਗੀ। ਦੇ ਨਿਮਾਣੀ ਜਿੱਥੇ ਲਿਖਿਆ ਹੈਗਾ ਉਹਦੇ ਵਿੱਚ ਪਤਾ ਲੱਗਦਾ ਹੈਗਾ ਵੀ ਇਹ ਦੇਹੀ ਦੀ ਗੱਲ ਹੋ ਰਹੀ ਹੈਗੀ ਆ। ਓਕੇ,
ਉੱਥੇ ਉਹਨੂੰ ਦੇਹੀ ਦੇ ਨਾਲ ਫੈਮਿਨਿਨ ਤੌਰ ਤੇ ਯੂਜ਼ ਕਰਕੇ ਉਹਦੇ ਥੱਲੇ ਔਂਕੜ ਨਹੀਂ ਹੋਣਾ ਚਾਹੀਦਾ ਹੈ। ਓਕੇ, ਜੇ ਹੁਣ ਕੋਈ ਥਾਂ ਇੱਦਾਂ ਦਾ ਆ ਜਾਵੇ ਜਿੱਥੇ ਐਜ਼ ਏ ਮੈਸਕੂਲਨ ਵਰਡ ਯੂਜ਼ ਕੀਤਾ ਆ, ਤਾਂ ਤੇ ਮੈਰਾਪੈਟ ਜੇ ਤੁਸੀਂ ਜੈਸਰੀ ਰਾਗ ਦੇ ਵਿੱਚ ਜਾਓਗੇ 706 ਪੇਜ ਦੇ ਉੱਤੇ ਆ ਜਾਂਦਾ ਹੈਗਾ। ਉਹਦੇ ਉੱਤੇ ਜਿਸਮ ਜਿਹੜਾ ਹੈਗਾ, ਸਰੀਰ ਹੈਗਾ, ਉਹਨੂੰ ਉਸ ਤਰ੍ਹਾਂ ਤੋਂ ਉਹਦਾ ਜਿਹੜਾ ਐਡਜੈਕਟਿਵ ਹੈਗਾ ਉਹ ਜਿਹੜਾ ਹੈਗਾ ਮੈਸਕੂਲਨ ਹੈਗਾ, ਤੇ ਫਿਰ ਜਿਹੜਾ ਉਹਦੇ ਨਾਲ ਹੀ ਉਹ ਵੀ ਜਿਹੜਾ ਹੈਗਾ ਉਹ ਵੀ ਮੈਸਕੂਲਨ ਹੀ ਹੋਊਗਾ। ਸੋ ਇਸ ਕਰਕੇ ਪਰ ਇਹ ਜਿਹੜੀਆਂ ਹੈਗੀਆਂ ਦੋਜ਼ ਆਰ ਐਕਸੈਪਸ਼ਨ, ਓਨਲੀ ਵਨ। ਇਨ ਜਨਰਲ ਰੂਲ ਦੇ ਜਿਹੜੀ ਹੈਗੀ ਇਟ ਵਿਲ ਆਲਵੇਜ਼ ਬੀ ਅਪੀਅਰਿੰਗ ਐਜ਼ ਅ ਫੈਮਿਨਿਨ ਵਰਡ ਡਾਇਰੈਕਟਲੀ ਦੈਟਸ ਵਾਈ। ਓਕੇ, ਇੱਦਾਂ ਜਿਹੜਾ ਇਹ ਹੈਗਾ ਇਹ ਵੀ ਥੋੜਾ ਜਿਹਾ डिफिकल्ट हैगा अंडरस्टैंड करना। ये जरा प्रोनाउन भी है, राइट। एट द सेम टाइम मैं कहा भी ये कुड़ियां, ये मेज, ये कुर्सी, हुण इहदे विच जिहड़ा हैगा इहदे एडजेक्टिव लगा हैगा ये। ओके, सो इन्हां दे विच भी हैगा फर्क हैगा, बट फॉर योर इन्फॉर्मेशन प्रोनाउंसिएशन वाइज इट्स नॉट गोइंग टू मेक एनी डिफरेंस, यू नो दैट मच यू आर स्टिल गोइंग टू प्रोनाउंस इट एज ए। पर इहदे विच ये मैं पॉइंट करना मंगदा हैगा जिथे है ना डेमोन्स्ट्रेटिव प्रोनाउन होवे। इन दिस केस व्हेन आई वाज राइटिंग इट आई वाज नॉट राइटिंग इट एज ए एडजेक्टिव, आई वाज राइटिंग इट एज ए प्रोनाउन। ओके, तो ਉਹਦੇ ਵਿੱਚ ਇਹਨੂੰ ਜਿਹੜਾ ਹੈਗਾ ਨਾ ਹਮੇਸ਼ਾ ਕਿਤੇ ਵੀ ਡੈਮੋਨਸਟ੍ਰੇਟਿਵ ਪ੍ਰੋਨਾਉਨ ਹੋਵੇ, ਕਿਤੇ ਵੀ ਚਾਹੇ ਇਹ ਉਹ ਜਾਂ ਜਿੰਨੇ ਵੀ ਆਉਂਦੇ ਹੈਗੇ ਆ, ਉਹ ਹਮੇਸ਼ਾ ਜਿਹੜੇ ਹੈਗੇ ਉਹਨਾਂ ਨੂੰ ਫਿਰ ਨਹੀਂ ਪੜ੍ਹਨਾ ਹੈਗਾ, ਉਹਦਾ ਔਂਕੜ ਨਹੀਂ ਪੜ੍ਹਨਾ ਹੈਗਾ। ਹੁਣ ਤੁਸੀਂ ਕਹੋਗੇ ਡੈਮੋਨਸਟ੍ਰੇਸ਼ਨ ਵੀ ਇਹ ਤਾਂ ਤੁਸੀਂ ਹੋਰ ਸਾਨੂੰ ਕਨਫਿਊਜ਼ ਕਰ ਦਿੱਤਾ ਵੀ ਕਿੱਦਾਂ, ਇਹਦਾ ਮਤਲਬ ਕੀ ਹੈਗਾ। ਓਕੇ, ਹੁਣ ਮੈਂ ਕਹਿ ਦਵਾਂ ਹੁਸਨਿੰਦਰ ਸਿੰਘ ਤੇ ਅਜੀਤ ਸਿੰਘ ਦੋਵੇਂ ਬੜੇ ਫਰੈਂਡ ਆ। ਓਕੇ, ਇਹ ਹਰਜੀਤ ਸਿੰਘ ਬੜੀ ਨਿਮਰਤਾ ਨਾਲ ਬੋਲਦਾ, ਹੁਸਨਿੰਦਰ ਸਿੰਘ ਸਾਰਿਆਂ ਨੂੰ ਬੜੀ ਚੰਗੀ ਤਰ੍ਹਾਂ ਟਰੀਟ ਕਰਦਾ। ਇਹ ਦੋਹਾਂ ਦੇ ਨਾਲ ਇਹ ਲਾਤਾ। ਓਕੇ, ਉਹਦੇ ਨਾਲ ਕੀ ਹੋਇਆ, ਹੁਣ ਇਹ ਬਣ ਗਿਆ ਐਡਜੈਕਟਿਵ, क्योंकि नाउन के नाल एडजेक्टिव लाया तो नाल जानी दस दिता भी इस नाउन के नाल आ ये गया है, राइट। हुण मैं दोहां दा कह के भी बहुत चंगे फ्रेंड आ। ओके, निश्चयवाची प्रोनाउन जिहड़े हुंदे हैगे आ, डेफिनेटिव प्रोनाउन जिहड़े हुंदे हैगे आ, उन्हां दे विच इह हुंदा हैगा। हुण ये दो जने बैठे तो मैं पॉइंट करके कह देवां ये बहुत निमरता च आ, तो ये सारे बड़ी चंगी तरह ट्रीट करता। हुण मैं नाम नहीं लाया, नाम के थां ते वर्ड ए ना रिप्लेस कर दिता। प्रोनाउन का की मतलब होंदा भी उन्होंने रिप्लेस करना, वो हो गया निश्चयवाची प्रोनाउन। दैट्स द डिफरेंस डायरेक्टली इन दैट। लग गया पता, क्योंकि नहीं तो ये जिहड़ियां चीज़ां होंदियां ना दे कम बैक एंड बाइट यू, जानी वेथों आ गया अब बुरा गुण कवर सब यूज होता है। ओके, ये तो सिंपल है सारे था, पर पढ़ते हम सारे नेहो ने नू नेहो कहते, वाह नू वाह कहते हैं, पर what I'm telling you from grammatical point of view it doesn't make sense at all. Okay, it should be pronounced as ne, those are noun, noun ਦੇ ਥੱਲੇ ਹਾਏ ਨੂੰ ਔਂਕੜ ਜਾਂ ਸਿਆਰੀ ਜਿਹੜੀ ਹੈਗੀ ਆ, it makes it you know singular plural or you know actually ਕਾਰਕ ਜਿਹਨੂੰ ਅਸੀਂ ਕਹਿੰਦੇ ਕੇਸ ਕਹਿੰਦੇ ਹੈਗੇ ਆ, but it has nothing to do with the pronunciation that way. Okay, ਇਦਾਂ ਇਹਨੂੰ ਹੋ ਪੜੋਗੇ ਜਿੱਦਾਂ ਉੱਧਰ ਸੀਗਾ ਇਹਨੂੰ ਵੀ ਹੋ ਪੜੋ। ਓਕੇ, ਚਲੋ ਅੱਗੇ। ਤੇ ਅੰਗਦ ਜੀ ਉਹ ਅੰਗਦ ਜੀ ਹੁਣ ਜਿਹੜੀ ਜਿਸ ਤਰ੍ਹਾਂ ਇੱਕ ਤੋਂ ਕਹਿੰਦੀ ਨਾ ਅੰਤਰ ਸੱਚਾ ਨੇਹ ਆਏਗਾ ਫਿਰ, ਰਾਈਟ। ਹਾਂ ਹਾਂ, ਸਭ ਜਗ੍ਹਾ ਨੇਹੋ ਹੀ ਸੁਣਿਆ ਪੂਰੀ ਜ਼ਿੰਦਗੀ। ਤਾਂ ਸਾਰੇ ਨੇਹੋ ਕਹਿੰਦੇ ਸਾਰੇ ਨੇਹੋ ਕਹਿੰਦੇ ਆ। ਐਟ ਦ ਮੈਟਰ ਆਫ ਫੈਕਟ ਇੱਕ 684 ਪੇਜ ਦੇ ਉੱਤੇ ਤੁਸੀਂ ਜਾਣੋਗੇ ਨਾ, ਉੱਥੇ ਇੱਕ ਥਾਂ 'ਤੇ ਉੱਤੇ ਲਾਈਨ ਆਉਂਦੀ ਹੈਗੀ ਆ, ਉਹਦੇ ਵਿੱਚ ਪਹਿਲੇ ਜਿਹੜੀ ਤੁਕ ਹੈਗੀ ਆ ਉਹਦੇ ਵਿੱਚ ਨੇ ਲਿਖਿਆ ਹਾਏ ਨੂੰ ਔਂਕੜ ਪਾ ਕੇ,
ਤਾਂ ਦੂਜੀ ਲਾਈਨ ਜਿਹੜੀ ਲਾਈਨ ਰਾਈਮ ਕਰਤੀ ਉਹਦੇ ਨਾਲ, ਉਹਦੇ ਉੱਤੇ ਈੜੀ ਨੂੰ ਸਿਆਰੀ ਤਾਂ ਹਾਹਾ ਪੱਲਾ ਪਾਇਆ, ਔਂਕੜ ਨਹੀਂ ਪਾਇਆ। ਉਹ ਤੋਂ ਫਿਰ ਸਾਫ਼ ਪਤਾ ਲੱਗ ਜਾਂਦਾ ਵੀ ਜਿੱਥੇ ਰਾਈਮ ਕਰ ਰਿਹਾ ਹੈਗਾ ਨਾ, ਵੀ ਜਿੱਦਾਂ ਕਰ ਰਿਹਾ ਹੈਗਾ, ਵੀ ਅਸਲੀ ਪ੍ਰੋਨਾਂਸੀਏਸ਼ਨ ਵੀ ਇਹਦਾ ਜਿਹੜਾ ਨੇ ਹੋਣਾ ਚਾਹੀਦਾ ਹੈਗਾ। ਠੀਕ ਹੈ। ਹੁਣ ਉਹੀ ਵਰਡ ਜਿਹੜਾ ਦੇ ਸੀਗਾ, ਜੇ ਵਰਬ ਦੇ ਤੌਰ ਦੇ ਉੱਤੇ ਯੂਜ਼ ਕੀਤਾ ਗਿਆ ਹੈਗਾ, ਹਾਹਾ ਤੇ ਨਾਲ ਉਹਨੇ ਨੂੰ ਦੇਹੋ, ਚਾਹੇ ਹੋਰ ਹਾਹੇ ਦੇ ਉੱਤੇ ਜਿੱਦਾਂ ਥੋੜ੍ਹਾ ਜਿਹਾ ਹੋਰ ਮਾਰੀ ਆਵਾਜ਼, ਕਿਉਂਕਿ ਮੈਂ ਤੁਹਾਨੂੰ ਪਿਛਲੀ ਵਾਰੀ ਇਹ ਵੀ ਦੱਸਿਆ ਸੀ, ਜਿੱਥੇ ਕਿਤੇ ਊੜੇ ਨੂੰ ਔਂਕੜ ਜਾਂ ਈੜੀ ਨੂੰ ਸਿਆਰੀ ਅਖੀਰ ਦੇ ਵਿੱਚ ਆ ਜਾਵੇ ਜਾਂ ਐੜਾ ਆ ਜਾਵੇ, ਉਹ ਜਿਹੜੀ ਹੁੰਦੀ ਆ ਵੀ ਆਮ ਕੰਸੋਨੈਂਟ ਵਾਲਿਆਂ ਨਾਲ ਉਹ ਜਿਹੜੀ ਉਹਦੀ ਆਵਾਜ਼ ਲੰਬੀ ਹੋ ਜਾਂਦੀ ਥੋੜ੍ਹੀ ਜਿਹੀ। ਸੋ ਇਹਦੀ ਜਿਹੜਾ ਹੁਲਾਰਾ ਜਿਹੜਾ ਹੋਣਾ ਹੈਗਾ, ਉਹ ਊੜੇ ਵਾਂਗੂ ਆਵਾਜ਼ ਹੋ ਜਾਣੀ, ਦੇਹੋ ਬਣ ਜਾਣਾ ਹੈ, ਤਾਂ ਹੀ ਇਹਨੂੰ ਫਿਰ ਦੇਹੋ ਪੜ੍ਹ ਦਿੰਦੇ ਹੈਗੇ, ਦੇਹੋ। ਓਕੇ, ਚਲੋ ਜੀ। ਇੱਥੇ ਅੰਕਲ ਜੀ ਉਹ ਦੇ ਹੋ ਨਹੀਂ ਹੋ ਜਾਏਗਾ, ਬਿੰਦੀ ਨਹੀਂ ਲੱਗਦੀ ਜੀ, ਨਹੀਂ ਆਣੀ। ਉਹ ਵੀ ਤੁਹਾਨੂੰ ਦਿਖਾ ਲੂੰਗਾ ਵੀ ਕਿੱਥੇ ਬਿੰਦੀ ਲੱਗਦੀ ਕਿੱਥੇ ਨਹੀਂ। ਦੇਹੋ ਦਾ ਮਤਲਬ ਇਹ ਹੈਗਾ ਵੀ ਤੁਸੀਂ ਦੇਹੋ, ਤੁਸੀਂ ਦੇਵੋ। ਹਾਂਜੀ, ਬਿੰਦੀ ਦਾ ਉਹਦੇ ਵਿੱਚ ਕੋਈ ਰੌਲਾ ਨਹੀਂ ਹੈਗਾ, ਉਹ ਸਟਿਲ ਸਿੰਗੂਲਰ ਹੈਗਾ। ਠੀਕ ਹੈ। ਓਕੇ, ਹੁਣ ਆ ਗਿਆ ਹੈਗਾ ਹਾਏ ਨੂੰ ਮੁਕਤਾ ਅੱਖਰਾਂ ਦੇ ਥੱਲੇ ਜਿੱਦਾਂ ਆ ਜਾਂਦਾ ਹੈਗਾ, ਇਹਨੂੰ ਪੜ੍ਹਨਾ ਹੈਗਾ ਸ਼ਾਹ। ਸ਼ਾਹ ਕਿਉਂ ਆ ਗਿਆ? ਐੜਾ ਤਾਂ ਹਾਹਾ ਤੇ ਨਾਲ ਊੜੇ ਨੂੰ ਔਂਕੜ ਸੀ। ਹਾਏ ਦੀ ਜਿਹੜੀ ਆਵਾਜ਼ ਹੈ ਨਾ ਕਰਕੇ ਹਾਂ, ਇਸ ਟ੍ਰਾਂਸਪੇਰੈਂਟ, ਜਿਹੜਾ ਵੀ ਇਹਦੇ ਮਗਰੋਂ ਅੱਖਰ ਆਉਂਦਾ ਹੁੰਦਾ ਨਾ, ਊੜੇ ਨੂੰ ਔਂਕੜ ਆ ਗਿਆ ਜਾਂ ਈੜੀ ਨੂੰ ਸਿਆਰੀ, ਉਹ ਪਹਿਲੇ ਉਦੋਂ ਅੱਖਰ ਦੇ ਨਾਲ ਰਲ ਜਾਣੀ ਹੈਗੀ ਆ ਆਵਾਜ਼ ਜਦ ਤੁਸੀਂ ਕੱਢਣ ਲੱਗੇ। ਸੋ ਇਸ ਕਰਕੇ ਇਹਨੂੰ ਪੜ੍ਹਨਾ ਹੈਗਾ ਸ਼ਾਹ, ਬਹੁ, ਬਹੁਤ, ਕੌ, ਰੌ, ਓਕੇ, ਇੱਦਾਂ ਪੜ੍ਹਨਾ ਹੈਗਾ। ਹੁਣ ਕਈ ਵਾਰੀ ਕਹਿੰਦੇ ਹੈਗੇ ਬਹੁਤ ਸਾਰੇ, ਜਿੱਦਾਂ I'll come to that example later on, but see that's the way it should be pronounced. ਚਲੋ ਅੱਗੇ। ਹੁਣ ਆ ਗਿਆ ਵਰਡ ਸੰਤੋ। ਓਕੇ, ਉਹ ਕਹਿੰਦੇ ਸੰਤੋ, ਕਾਹੋ, ਰਾਹੋ, ਲਾਹੋ, ਪਹਿਲੇ ਅੱਖਰ ਦੇ ਉੱਤੇ ਹੋੜਾ ਬਣ ਗਿਆ ਤਾਂ ਉਹ ਕਹਿੰਦੇ ਉਹਨੂੰ ਛੱਡ ਦਿਓ। All I'm saying is, if I'm pronunciating it, I will always have the haha, slight, ਕੋਮਲ ਸਾਊਂਡ ਹਾਹੇ ਦੀ। ਸੰਤੋ, ਸੰਤੋ, ਰਾਹੋ, ਓਕੇ, ਥੋੜਾ ਜਿਹਾ ਹਾਹੇ ਦੀ ਸਾਊਂਡ ਵਿੱਚ ਪਾ ਕੇ ਕਰਨਾ। ਓਕੇ, ਆਵੋ, ਸੁਣੋ, ਜਾਵੋ, ਬਹੋ, ਓਕੇ। ਬਟ ਇੱਦਾਂ ਥੱਲੇ ਜਿਹੜਾ ਹਾਹਾ ਹਾਹੇ ਨੂੰ ਔਂਕੜ, ਇੱਦਾਂ ਮੈਂ ਦੱਸਿਆ ਐੜਾ ਤਾਂ ਨਾਲ ਔਂਕੜ ਆ ਗਿਆ, ਸੱਦਿਓ, ਉਹ ਊੜੇ ਵਾਂਗੂ ਉਹਦੀ ਸਾਊਂਡ ਹੋ ਗਈ। ਠੀਕ ਹੈ, ਊੜਾ ਇਹਦੇ ਉੱਤੇ ਲੱਗਣਾ ਹੈਗਾ, ਜਾਨੀ ਉਹ ਬਣ ਜਾਂਦਾ ਹੈਗਾ ਜੇ ਪਹਿਲੇ ਉਦੋਂ ਅੱਖਰ ਦੇ ਉੱਤੇ, ਪਰ ਉਹਦਾ ਮਤਲਬ ਹੈਗਾ ਐੜੇ ਨੂੰ ਤਾਂ ਪੂਰਾ ਲੱਗਦਾ ਹੀ ਨਹੀਂ ਹੈਗਾ, ਊੜੇ ਦੀ ਆਵਾਜ਼ ਬਣ ਕੇ ਸੱਦਿਓ, ਇਹਨੂੰ ਪੜ੍ਹਨਾ ਸੱਦਿਓ। ਅੰਕਲ ਜੀ please clarify about this. ਉਹ ਬਿੰਦੀ ਇੱਥੇ ਲੱਗੇਗੀ ਨਾ, ਕਿਉਂਕਿ these are all verbs, right? We are talking about all verbs. ਜਦ ਵਰਬ ਸਾਰਿਆਂ ਦੇ ਉੱਤੇ ਬਿੰਦੀ ਨਹੀਂ ਨਾ ਲੱਗਦੀ, ਉਹ ਵੀ ਮੈਂ ਕਲੀਅਰ ਕਰੂੰਗਾ ਜਦ ਬਿੰਦੀ ਵੀ we are going to cover it, but all the verbs are not generic. ਓਕੇ, ਕਿਉਂਕਿ ਉਹਨਾਂ ਵਰਬ ਦੇ ਉੱਤੇ ਤਾਂ ਡੈਫੀਨਿਟਲੀ ਲੱਗਣੀ ਜਿਹੜੇ ਪਲੂਰਲ ਬਣਦੇ, ਹਾਹੇ ਨਾਲ ਹਾਹੇ ਨੂੰ ਸਿਆਰੀ ਤਾਂ ਉੱਤੇ ਲੱਗਦੇ ਜਾਂ ਦੂਰ, ਪਰ ਸਾਰੇ ਥਾਂ ਤੇ ਫਿਰ ਯੂ ਹੈਵ ਟੂ ਲੁੱਕ ਐਟ ਦਾ ਵੀ ਕਿਹੜੇ ਪਰਸਨ ਦੇ ਵਿੱਚ, ਫਸਟ, ਸੈਕੰਡ ਜਾਂ ਥਰਡ ਪਰਸਨ ਦੇ ਵਿੱਚ ਹੈਗੇ, ਕਿੱਥੇ ਹੈਗੇ। ਸੋ ਦੇਰ ਆਰ ਡਿਫਰੈਂਟ ਰੂਲਸ ਫॉर दैट ਬਿੰਦੀ। ਓਕੇ, ਚਲੋ ਜੀ ਅੱਗੇ। ਹੁਣ ਇੱਥੇ ਰਾਹੋਂ ਬਿੰਦੀ ਲੱਗ ਗਈ, ਕਿਉਂਕਿ ਦੇਰ ਦ ਵਰਡ ਕਾਲਡ ਰਾਹੋਂ, ਰਾ ਤੂੰ ਨਾਲ ਵਿੱਚ ਆ ਜਾਂਦੇ ਹੈਗੇ, ਪ੍ਰੈਪੋਜੀਸ਼ਨ ਲੱਗ ਗਈ। ਕੋਈ ਏਦਾਂ ਹੀ ਇੱਕ ਪਾਣੀ ਦਾ ਗਲਾਸ ਮੈਨੂੰ ਮੇਰਾ ਬੋਲ ਲੱਗਦਾ ਵੀ ਜਾ ਰਿਹਾ। ਓਕੇ, ਇਹਨਾਂ ਬ੍ਰੇਕ ਲੈਣਾ ਬਈ, ਮੈਂ ਪਾਣੀ ਲੈ ਕੇ ਆਇਆ। ਸਿਆਹੋਂ, ਕਾਬਲੋਂ, ਕਾਬਲ ਤੋਂ, ਮਨੋਂ, ਮਨ ਤੋਂ, ਮਨ ਵਿੱਚੋਂ, ਜੀਓ, ਜੀ ਤੋਂ। ਓਕੇ, ਇਹਨਾਂ ਸਾਰਿਆਂ ਨੂੰ ਇਸ ਹਿਸਾਬ ਨਾਲ ਪੜ੍ਹਨਾ ਹੈਗਾ। ਸਾਹੋਂ, ਸਾਹ ਤੋਂ, ਵਿੱਚੋਂ, ਮੁੱਖੋਂ, ਮੂੰਹ ਤੋਂ, ਵਿੱਚੋਂ, ਉਸ ਤੋਂ, ਉਹ ਤੋਂ, ਰਾਈਟ। ਹੁਣ if the preceding ਹਾਹੇ ਨੂੰ ਔਂਕੜ ਜਿਹੜਾ ਹੈਗਾ
vowel is ada ed with a lug. Okay? Ada ਨੂੰ ਕਰਨਾ ਦਰਿਆਓ ਧਿਆਇਓ ਧਿਆਇਓ ਪੂਰੇ ਦੇ ਹੋੜੇ ਮੰਨ। ਪਰ ਜਿੱਥੇ ਵੀ ਕਿਤੇ ਵੀ ਪੂਰੀ ਲਗਾ ਲੱਗੀ ਹੋਗੀ ਉਹਨੂੰ ਪੂਰੀ ਪੜ੍ਹਨਾ ਹੈਗਾ। ਉਹ ਨਹੀਂ ਅਫੈਕਟ ਹੋਣੀ ਹੈਗੀ ਮਗਰਲੇ ਅੱਖਰ ਦੇ ਨਾਲ। ਓਕੇ, ਉਹ ਜਿਹੜਾ ਹੈਗਾ ਅੱਲਾ ਜਿੱਦਾਂ ਐੜਾ ਨਾਲ ਲਾਇਆ ਹੈਗਾ ਵੀ ਉਹਨੂੰ ਲੰਮੇ ਕਰ ਜਾਂ ਇੱਕ ਹੋਰ ਈੜੀ ਨੂੰ ਬਿਹਾਰੀ ਪਾ ਕੇ ਈੜੀ ਨੂੰ ਬਿਹਾਰੀ ਹੋਰ ਪੈ ਗਈ ਹੈਗੀ ਆ, ਫਿਰ ਜਿਹੜਾ ਹੈਗਾ ਉਹਦੇ ਵਿੱਚ ਫਰਕ ਪੈਣਾ ਦੇ ਤਾਂ। ਓਕੇ, ਅਦਰਵਾਈਜ਼ ਦਿਸ ਗੁੱਡ। ਆਰ ਯੂ ਵਿਦ ਮੀ ਔਰ ਕੋਈ ਲੌਸ ਤਾਂ ਨਹੀਂ ਹਾਲੇ ਤੱਕ? अंकल जी लग मतलब करना की गल कर रहे हो ਤੁਸੀਂ? ਹਾਂ, ਲਗਾ ਦਾ ਮਤਲਬ ਕੋਈ ਵੀ ਕੰਨਾ ਸਿਆਰੀ ਬਿਹਾਰੀ ਕੋਈ ਵੀ ਲਾ ਦੋ। ਓਕੇ, ਇਹ ਨਹੀਂ ਵਾਲਾ ਜਿਹੜੀਆਂ ਲਗਾ ਦੇ ਵਿੱਚੋਂ ਆ ਜਾਂਦੀਆਂ। ਠੀਕ ਹੈ, ਹੁਣ ਆ ਗਈ ਹਾਹੇ ਨੂੰ ਸਿਆਰੀ। ਚਲੋ ਜੀ ਅੱਗੇ। ਹਾਹੇ ਨੂੰ ਸਿਆਰੀ ਜਿਹੜੀ ਹੈਗੀ ਆ ਇਹਦੇ ਵਿੱਚ ਹੁਣ ਮੈਂ ਜਾਣ ਕੇ ਆਖਰ ਪਿਕ ਕੀਤਾ ਸੀਗਾ ਤੇ ਐਗਜ਼ਾਮਪਲ ਵੀ ਨਾਲ ਦੂਜੀ ਦਿੱਤੀ ਹੈਗੀ ਆ। ਜੇ ਇਹ ਜਿਹੜੇ ਅੱਖਰ ਬਾਏ ਦਾ ਵੇ ਹਾਹੇ ਨੂੰ ਸਿਆਰੀ ਜਿਹੜੀ ਹੈਗੀ ਆ ਇਟਸ ਐਕਸਟੈਂਸਿਵਲੀ ਯੂਜ਼ਡ ਥਰੂ ਆਊਟ ਗੁਰਬਾਣੀ। ਤੁਸੀਂ ਕੋਈ ਵੀ ਲਾਈਨ ਪੜ੍ਹ ਕੇ ਦੇਖ ਲਓ, ਸਾਰਿਆਂ ਨਾਲੋਂ ਜ਼ਿਆਦਾ ਜਿਹੜੇ ਹੈਗੇ ਸਿਆਰੀ ਵਾਲੇ ਅੱਖਰ ਹੋਣਗੇ। ਓਕੇ, ਇਹ ਹੁਣ ਕੁਐਸਚਨ ਇਹ ਆ ਜਾਂਦਾ ਹੈਗਾ ਵੀ ਕਿੱਥੇ ਇਹਨੂੰ ਪ੍ਰੋਨਾਉਂਸ ਕਰਨਾ ਕਿੱਥੇ ਨਹੀਂ ਕਰਨਾ। ਹੁਣ ਪਹਿਲਾ ਜਿਹੜਾ ਹੈਗਾ ਮੈਂ ਉਹ ਹੀ ਦੱਸੂਗਾ, ਇਹ ਭੈਣ ਭਰਾ ਆਇਆ ਨਾ ਸਿਆਰੀ ਤਾਂ ਜਿਹੜਾ ਔਂਕੜ ਹੈਗਾ ਹਾਹੇ ਨੂੰ ਦੱਸਿਆ ਤੇ ਦੇ ਬਿਲੋਂਗ ਟੂ ਦ ਸੇਮ ਫੈਮਿਲੀ, ਸੇਮ ਰੂਲਸ ਅਪਲਾਈ ਟੂ them। ਉਹਨਾਂ ਦੀ ਸਾਰੀ ਬ੍ਰਿੰਗਿੰਗ ਅਪ ਇੱਕੋ ਜਿਹੀ ਹੈਗੀ, ਉਹਨਾਂ 'ਚ ਕੋਈ ਫਰਕ ਨਹੀਂ, ਇੱਕੋ ਜਿਹਾ ਆ। ਇਸੇ ਕਰਕੇ ਜਿਹੜਾ ਦੂਜਾ ਅੱਖਰ ਵੀ ਆ ਗਿਆ ਨਾ ਜਿੱਥੇ ਹੈਗਾ, ਜੇ ਨਾਊਨ ਹੈਗਾ ਮਗਰਲੇ ਅੱਖਰ ਦੇ ਵਿੱਚ ਕਿਤੇ ਵੀ ਉਹ ਆ ਗਿਆ ਉਹਨੂੰ ਨਹੀਂ ਪ੍ਰੋਨਾਉਂਸ ਕਰਨਾ। ਨਾਊਨ ਦੇ ਥਲ ਮਗਰਲਾ ਅੱਖਰ ਜਿਹੜਾ ਚਾਹੇ ਸਿਆਰੀ ਹੋਵੇ ਚਾਹੇ ਔਂਕੜ ਹੋਵੇ ਨਹੀਂ ਪ੍ਰੋਨਾਉਂਸ ਕਰਨਾ। ਓਕੇ, ਹੁਣ ਇਹਦੇ ਵਿੱਚ ਮੋਹ ਹਾਹੇ ਨੂੰ ਸਿਆਈ ਜੇ ਲੱਗੀ ਹੈਗੀ ਆ ਤਾਂ ਇਹਨੂੰ ਪੜ੍ਹਨਾ ਹੈਗਾ ਜੇ ਨਾਊਨ ਆ, ਨਾਊਨ ਜਿਹਨੂੰ ਅਸੀਂ ਅਟੈਚਮੈਂਟ ਕਹਿੰਦੇ ਹੈਗੇ, ਸੋ ਉਹਨੂੰ ਮੋਹੇ ਨਹੀਂ ਪੜ੍ਹਨਾ ਹੈਗਾ। ਜੇ ਤੁਸੀਂ ਮੋਹੇ ਪੜ੍ਹੋਗੇ ਤੁਸੀਂ ਤਾਂ ਤੇ ਆਪਣੇ ਆਪ ਨੂੰ ਵੀ ਕਨਫਿਊਜ਼ ਕਰ ਦੇਣਾ, ਜਿਹੜਾ ਪੜ੍ਹਦਾ ਹੈਗਾ ਉਹਨੂੰ ਵੀ ਕਨਫਿਊਜ਼ ਕਰ, ਸੁਣਨ ਵਾਲੇ ਨੂੰ ਵੀ ਕਨਫਿਊਜ਼ ਕਰ ਦੇਣਾ ਹੈਗਾ। ਓਕੇ, ਕਿਉਂ? ਜਿੱਦਾਂ ਮਹੀਨਾ ਪੋਹ, ਪੋਹੇ ਨਹੀਂ ਮਹੀਨਾ, ਪੋਹ ਹਮੇਸ਼ਾ ਸਿਆਰੀ ਨਾਲ ਲਿਖਿਆ ਆਊਗਾ, ਉਹਨੂੰ ਉਹ ਪੜ੍ਹਨਾ ਹੈਗਾ, ਪੋਹੇ ਨਹੀਂ ਪੜ੍ਹਨਾ ਹੈਗਾ ਕਿਉਂਕਿ ਇਸੇ ਨਾਮ। ਓਕੇ, ਚਲੋ ਜੀ ਅੱਗੇ। ਮੈਂ ਜਾਣ ਕੇ ਐਗਜ਼ਾਮਪਲ ਕੀਤੀ ਸੀ ਕਿ ਮੈਂ ਕਿਹਾ ਤੁਹਾਨੂੰ ਥੋੜ੍ਹਾ ਜਿਹਾ ਦੱਸਾਂ। ਹੁਣ ਤੁਸੀਂ ਪਹਿਲੀ ਪੜੋ, ਕਾਮ ਕ੍ਰੋਧ ਲੋਭ ਮੋਹੇ ਕਈ ਪੜ੍ਹ ਦਿੰਦੇ ਆ, ਮਨ ਲੀਨਾ ਬੰਧਨਕਾਰ ਮੁਕਤ ਗੁਰਕੀਨਾ। ਮੰਮੇ ਨੂੰ ਵੀ ਸਿਆਰੀ ਲੱਗੀ ਆ, ਤੱਦੇ ਨੂੰ ਵੀ ਸਿਆਰੀ ਲੱਗ ਗਿਆ, ਲੋਭ ਦੇ ਵੀ ਭੱਬੇ ਨੂੰ ਵੀ ਲੱਗੀ ਆ, ਮੋਹ ਜਿਹੜਾ ਉਹਨੂੰ ਵੀ ਸਿਆਰੀ ਲੱਗੀ ਆ। ਓਕੇ, ਉਹਦਾ ਮਤਲਬ ਕੀ ਹੈਗਾ ਵੀ ਇਨ ਕਾਮ ਜਿਹੜਾ ਇਹਦੇ ਵਿੱਚ ਲੀਨ ਹੋਇਆ, ਵਿੱਚ ਲੀਨ ਹੋਇਆ ਹੋਵੇ ਕਾਮ ਦੇ ਵਿੱਚ ਜਾਂ ਕ੍ਰੋਧ ਦੇ ਵਿੱਚ ਜਾਂ ਲੋਭ ਦੇ ਵਿੱਚ ਜਾਂ ਮੋਹ ਦੇ ਵਿੱਚ, ਜੇ ਤੁਸੀਂ ਇਹਨੂੰ ਮੋਹੇ ਪੜ੍ਹ ਦਿੱਤਾ ਫਿਰ ਮਰ ਜਾਣਾ ਮੈਨੂੰ ਵੀ ਮੈਨੂੰ ਇਹਨਾਂ ਚੀਜ਼ਾਂ ਨੇ ਵਿੱਚ ਫਿਰ ਨਾਲ ਲੱਗ ਕੇ ਤਾਂ ਫਿਰ ਮਨ ਲੀਨੇ ਵਾਲਾ ਜਿਹੜਾ ਹੈਗਾ ਤੁਹਾਨੂੰ ਸੈਂਟੈਂਸ ਬਣਾਉਣਾ ਹੀ ਔਖਾ ਬਣ ਜਾਂਦਾ। ਓਕੇ, ਬਹੁਤ ਸਾਰੇ ਕਰਦੇ ਆ ਕੀਰਤਨ ਕਰਦੇ ਕਰਦੇ ਤੇ ਪੜ੍ਹਦੇ ਹੈਗੇ ਇਹਨੂੰ ਮੋਹੇ ਮਨ ਲੀਨਾ ਕਹਿ ਦੇਣਗੇ, ਪਰ ਨਹੀਂ ਮੋਹ ਇਹਨੂੰ ਪੜ੍ਹਨਾ ਹੈਗਾ। ਓਕੇ, ਹੁਣ ਇੱਥੇ ਆ ਗਿਆ ਮੋਹੇ ਜਿਹਦਾ ਮਤਲਬ ਮੈਨੂੰ ਹੈਗਾ ਹਰ ਚਰਨ ਕਾ ਮਕਰਾਨ ਲੋਗ ਮਨੋ ਅੰਦਰ ਮੋਹੇ ਆਈ ਪਿਆਸਾ, ਹੁਣ ਇੱਥੇ ਪੜ੍ਹਨਾ ਹੈਗਾ। ਓਕੇ, ਬਿਕਾਜ਼ ਇਟਸ ਨਾਟ ਇਨ ਨਾਉ, ਇਟਸ ਅ ਪ੍ਰੋਨਾਉਨ। ਮੈਂ ਤੁਹਾਨੂੰ ਦੱਸਿਆ ਸੀ ਸਿਰਫ ਮੈਂ ਉਹ ਪ੍ਰੋਨਾਉਨ ਇਹਦੇ ਵਿੱਚੋਂ ਕੱਢੇ ਸੀਗੇ ਜਿਹੜੇ ਡਿਫੀਨਿਟਿਵ ਪ੍ਰੋਨਾਉਨ ਹੈਗੇ ਆ। ਕਿਹਾ ਸੀ ਨਾ ਡੈਮੋਨਸਟ੍ਰੇਟਿਵ ਪ੍ਰੋਨਾਉਨ ਜਿਹੜੇ ਹੈਗੇ ਜਿੱਦਾਂ ਇਹ ਉਹ ਉੱਥੇ ਨਹੀਂ ਅਸੀਂ ਹੈ ਤਿਆਰੀ ਜਾਂ ਦੂਜੀ ਪਾਰੀ ਦੂਆਂ ਦੇ ਵਿੱਚ ਜਿਹੜੀ ਹੈਗੀ ਵੀ ਆਰ ਗੋਇੰਗ ਟੂ ਡੂ ਦੈਟ। ਤਾਂ ਹੀ ਉਹ ਸਪੈਸੀਫਿਕਲੀ ਆਈ ਪੁਆਇੰਟਡ ਆਊਟ ਦੈਟ। ਅੱਗੇ ਜੀ ਚਲੋ। ਹਾਂ, ਪਰ ਹਮੇਸ਼ਾ ਜਿੱਥੇ ਵੀ ਕਿਤੇ ਇੱਦਾਂ ਕੀਤਾ ਹੈਗਾ
ਲਾਮ ਨੂੰ ਬਹੁਤਾ ਜ਼ਿਆਦਾ ਦੀਰਘ ਨਹੀਂ ਹੋਣ ਦੇਣਾ ਵੀ ਡੋਂਟ ਪ੍ਰੋਲੋਂਗ ਇਟ ਮੋਹੇ ਮੋਹੇ ਮਨ ਨੂੰ ਨਹੀਂ ਪੜ੍ਹਨਾ ਹੈਗਾ ਤੇ ਉਹਨੂੰ ਉਸ ਹਿਸਾਬ ਨਾਲ ਇੱਦਾਂ ਹੈਗਾ ਜਿੱਥੇ ਕਿਤੇ ਨਾਉਨ ਹੋਵੇ ਪਰ ਹੋਵੇ ਕੇਸ ਕਾਰਕ ਜਿਹਦੇ ਵਿੱਚ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਪ੍ਰਪੋਜੀਸ਼ਨ ਲੱਗਦੀ ਹੈਗੀ ਆ ਉਹਦੇ ਨਾਲ ਅਸੀਂ ਕੀ ਕਰਦੇ ਹੁੰਦੇ ਆ ਜਿਹੜਾ ਵੀ ਬੇਸਿਕ ਅੱਖਰ ਹੋਵੇ ਬੇਸਿਕ ਅੱਖਰ ਉਹਦੇ ਨਾਲ ਚਾਹੇ ਤਾਂ ਕੋਈ ਨਾ ਕੋਈ ਲਗਾ ਲੱਗੀ ਹੁੰਦੀ ਹੈਗੀ ਆ ਤੇ ਜਾਂ ਹਾਹਾ ਹਾਹੇ ਨੂੰ ਔਕੜ ਹਾਹੇ ਨੂੰ ਸਿਆਰੀ ਨੰਨਾ ਜਾਂ ਨੰਨੇ ਨੂੰ ਸਿਆਰੀ ਉਹਦੇ ਨਾਲ ਅਸੀਂ ਉਹਨੂੰ ਕੇਸ ਬਣਾ ਦਿੰਦਾ ਹੈਗਾ ਉਹਦਾ ਮਤਲਬ ਇਹਦੇ ਵਿੱਚ ਕੋਈ ਨਾ ਕੋਈ ਪ੍ਰਪੋਜੀਸ਼ਨ ਕਿਸੇ ਨਾਲ ਓਕੇ ਕਮਲੇ ਨੇ ਇਹਨੂੰ ਵੀ ਹਾਹੇ ਔਕੜ ਆ ਗਿਆ ਸਿਆਰੀ ਆ ਗਈ ਕਿਉਂਕਿ ਇੱਥੇ ਨਾਉਨ ਓਕੇ ਇਹਦੇ ਵਿੱਚ ਪ੍ਰਪੋਜੀਸ਼ਨ ਹੈਗੀ ਆ ਨੇ ਦੇ ਨਾਲ ਬਣ ਜਾਂਦਾ ਹੈਗਾ ਜਾਂ ਨੇ ਤੋਂ ਡਿਪੈਂਡ ਕਰਦਾ ਕਿਸ ਅਸੀਂ ਯੂਜ਼ ਕੀਤਾ ਹੈਗਾ ਓਕੇ ਖੋ ਮੂੰਹ ਮੂੰਹੇ ਨਹੀਂ ਕਹਿਣਾ ਹੈਗਾ ਮੂੰਹ ਕਿਉਂਕਿ that's a noun also ਅਸਨੇ ਰੋ ਜੋ ਕਿਸੇ ਚੀਜ਼ ਨੂੰ ਦੇਖਣਾ ਚਾਹਣਾ ਓਕੇ ਇਹ ਤਾਂ ਮੈਂ ਇਹਦੇ ਵਿੱਚ ਦੱਸਿਆ ਡੈਮੋਨਸਟ੍ਰੇਟਡ ਇਹਦੇ ਵਿੱਚ ਇੱਥੇ ਹੁਣ ਸਿਆਰੀ ਲਾਈ ਅੱਗੇ ਔਂਕਲ ਲਾਇਆ ਸੀਗਾ ਇਹਨੂੰ ਵੀ ਇਹ ਪੜ੍ਹਨਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਉਹ ਦੇ ਆਰ ਬ੍ਰਦਰਸ ਔਂਕੜ ਸਿਆਰੀ ਨੋ ਰੂਲ ਚੇਂਜ ਦੇ ਆਰ ਸਟਿਲ ਦ ਸੇਮ ਠੀਕ ਹੈ ਅੱਗੇ ਚਲੋ ਇਹਦੇ ਵਿੱਚ ਆਲਰੇਡੀ ਮੈਂ ਕਵਰ ਕੀਤੀ ਹਾਇਰ ਨੂੰ ਪ੍ਰੋਨਾਊਨ ਜਿੱਥੇ ਆ ਜਾਂਦੇ ਆ ਐਕਸੈਪਟ ਐਜ਼ ਮੋਹੇ ਉੱਥੇ ਉਹਨੂੰ ਪ੍ਰੋਨਾਊਂਸ ਕਰਨਾ ਹੈਗਾ ਮੈਂ ਪਿੱਛੇ ਤੁਹਾਨੂੰ ਦੱਸ ਚੁੱਕਾ ਹੈਗਾ ਕੋਈ ਐਗਜ਼ਾਮਪਲ ਦੇ ਕੇ ਆਹ ਜਿਹੜਾ ਹੈਗਾ ਰੂਲ ਇਹਦੇ ਵਿੱਚ ਗੁਰੇ ਇਹਦੇ ਉੱਤੇ ਲਾਮ ਮੰਗ ਬਣ ਜਾਣਾ ਦੂਜੇ ਅੱਖਰ ਦੇ ਗੁਰੇ ਜਲੇ ਪਿਰੇ ਤੋਂ ਜਨਤਾ then there is the reason it is there because it made it a case there's a preposition with it that's all okay ਚਲੋ ਹੁਣ ਲੈ ਦੇ ਹੁਣ ਇੱਥੇ ਮੈਂ ਥੋੜਾ ਜਿਹਾ ਗਾਹ ਜਾ ਕੇ ਆਉਣੀ ਹੈਗੀ ਐਗਜ਼ਾਮਪਲ ਹੁਣ ਇੱਥੇ ਸਿਰਫ ਬਗੈਰ ਬਿੰਦੀ ਤੋਂ ਮੈਂ ਤੁਹਾਨੂੰ ਦੱਸਿਆ ਦੇ ਓਕੇ ਲੈ ਤਾਂ ਦੇ ਇਹਦੇ ਵਿੱਚ ਹੈਗਾ ਇਹ ਦੋਏ ਵਰਬ ਹੈਗੇ ਆ ਵਰਬ ਜਿਹੜੇ ਹੈਗੇ ਆ ਇੰਪੈਰੇਟਿਵ ਜਿੱਦਾਂ ਨਾ ਹੁਕਮੀ ਹੋਵੇ ਵੀ ਤੁਸੀਂ ਲਓ ਲਵੋ ਤੂੰ ਲੈ ਲਾ ਓਕੇ ਤੂੰ ਦੇ ਓਕੇ ਜਦ ਕਿਸੇ ਨੂੰ ਕਹਿਣਾ ਤੂੰ ਦੇ ਓਕੇ ਉਹ ਫਿਰ ਹੋ ਜਾਂਦਾ ਇੰਪੈਰੇਟਿਵ ਮੂਡ ਦੇ ਵਿੱਚ ਉੱਥੇ ਕਦੀ ਬਿੰਦੀ ਨਹੀਂ ਲਾਉਣੀ ਨੈਵਰ ਐਵਰ ਓਕੇ ਕਿਉਂਕਿ ਇਹ ਉੱਦਾਂ ਹੀ ਬਣ ਜਾਂਦਾ ਹੈਗਾ ਮੈਂ ਨਾਲ ਐਗਜ਼ਾਮਪਲ ਜਾਣ ਕੇ ਹੁਣ ਇੱਕ ਨਥਿੰਗ ਟੂ ਡੂ ਵਿਦ ਹਾਹੇ ਨੂੰ ਸਿਆਰੀ ਚਾਹੇ ਕਨਸੋਨੈਂਟ ਹੈਗਾ ਮਾਰ ਰੱਜ ਮਾਰ ਕੇ ਬਣ ਜਾਂਦਾ ਹੈਗਾ ਪ੍ਰੈਪੋਜੀਸ਼ਨ ਬਣ ਗਈ ਇੱਦਾਂ ਰੱਜ ਕੇ ਤਿਆਗ ਕੇ ਆ ਜਿੱਦਾਂ ਹੁਣ ਕੋਹ ਮੈਂ ਜਾਣ ਕੇ ਇਹਨਾਂ ਅੱਖਰਾਂ ਦੇ ਵਿੱਚ ਇਹਨੂੰ ਪਾਇਆ ਉਹਦਾ ਮਤਲਬ ਹੁੰਦਾ ਕਿਸੇ ਨੂੰ ਕੋਹ ਕੇ ਮਾਰਨਾ ਜਿੱਦਾਂ ਕਹਿੰਦੇ ਇਹਨੂੰ ਕੋਹੇ ਨਹੀਂ ਪੜ੍ਹਨਾ ਹੈਗਾ ਓਕੇ ਕੋਹ ਓਕੇ ਚਲੋ ਜੀ ਅੱਗੇ ਇੱਥੇ ਹੈਗਾ ਆਲਰੇਡੀ ਵੀ ਕਵਰਡ ਹਾਹਾ ਤਾਂ ਹਾਹੇ ਨੂੰ ਸਿਆਰੀ ਜਨਰਲ ਰੂਲ ਦੇ ਵਿੱਚ ਜਦ ਮੈਂ ਦੱਸਿਆ ਸੀ ਇਹਨਾਂ ਨੂੰ ਹੋਏ ਪਰ ਪੜ੍ਹਨਾ ਜੇ ਤੂੰ ਇਹਨੂੰ ਪੜ੍ਹਨੇ ਆ ਗਿਆ ਤਾਂ ਮੈਂ ਦੱਸਾਂ ਮੇਰਾ ਆਪਣਾ ਜਿਹੜਾ ਹੈਗਾ ਇਹਨੂੰ ਹੋਏ ਪੜ੍ਹਨਾ ਚਾਹੀਦਾ ਹੈਗਾ ਪਰ ਉਹ ਜਿਹੜਾ ਉਹਨਾਂ ਨੇ ਲਿਖਿਆ ਹੈਗਾ ਮਿਸ਼ਨਰੀ ਕਾਲਜ ਵਾਲਿਆਂ ਦੇ ਸੈਡ ਹੋਏ ਪੜ੍ਹ ਲਓ okay and lot of people do that and nothing wrong with it because that's what the meaning is going to be conveyed eventually ਜੇ ਤੁਸੀਂ ਇਹਦਾ ਚਲੇ ਗਏ ਚਲੋ ਜੀ ਅੱਗੇ ਇੱਦਾਂ ਹੀ ਇਹਦੇ ਵਿੱਚ ਆ ਜਾਂਦਾ ਹੈਗਾ ਜਿੰਨੇ ਵੀ ਹੋ ਜਾਂਦੇ ਪਲੂਰਲ ਬਣਦੇ ਹੈਗੇ ਆ ਆਮ ਵੀ ਆਰ ਫੈਮਿਲੀਅਰ ਵਿਦ ਗਾਵੇਂ ਗਾਉਂਦੇ ਹਨ ਲਾਉਂਦੇ ਹਨ ਕਰਦੇ ਹਨ ਭਵਾਏ ਜਾਂਦੇ ਹਨ ਓਕੇ ਭਾਵੇਂ ਪਾਉਂਦੇ ਹਨ ਜਿੱਥੇ ਵੀ ਹੋਵੇ ਪਲੂਰਲ ਬਣਦਾ ਹੋਵੇ ਉੱਥੇ ਹਾਹੇ ਨੂੰ ਸਿਆਰੀ ਜ਼ਿਆਦਾ ਆ ਗਈ ਨਾ ਤਾਂ ਜੂ ਕਰ ਗਏ ਤਾਂ ਦੂਜਾ ਜਿਹੜਾ ਹੁੰਦਾ ਹੈਗਾ ਇੱਥੇ ਸਿੰਗੂਲਰ ਤੇ ਸੈਕੰਡ ਪਰਸਨ ਪ੍ਰੈਜ਼ੈਂਟ ਟੈਂਸ ਦੇ ਵਿੱਚ ਓਕੇ ਸੈਕੰਡ ਪਰਸਨ ਇੱਥੇ ਪਲੂਰਲ ਥਰਡ ਪਰਸਨ ਦੇ ਵਿੱਚ ਸੀ ਵੀ ਉਹ ਕਰਦੇ ਹਨ ਭਗਤ ਕਰਦੇ ਹਨ ਓਕੇ ਸੰਤ ਕਰਦੇ ਹਨ ਆ ਜਿਹੜਾ ਹੈਗਾ ਹੁਣ ਹੈਗਾ ਸੈਕੰਡ ਪਰਸਨ ਦੇ ਵਿੱਚ ਤੁਸੀਂ
ਜੋ ਹੈ ਦੇਖਦੇ ਹਨ ਸੁਣੀਆ ਇਹ ਸਾਰਿਆਂ ਦੇ ਵਿੱਚ ਜਿਹੜੀ ਹੈਗੀ ਜਿੱਦੀ ਲੱਗਦੀ ਹੈਗੀ ਓਕੇ ਹਾਏ ਨੂੰ ਸਿਆਰੀ ਇਜ਼ ਅ ਵਰਬ ਥਰਡ ਪਰਸਨ ਦੇ ਵਿੱਚ ਚਾਲਸਾ ਹਮੇਸ਼ਾ ਫਿਊਚਰ ਟੈਂਸ ਦਾ ਹੁੰਦਾ ਜਿੱਥੇ ਸੱਸਾ ਤਾਂ ਹਾਏ ਨੂੰ ਸਿਆਰੀ ਨਾਲ ਆ ਜਾਵੇ ਓਕੇ ਚਾਲਸਾ ਲੈਸੇ ਲਹਿੰਗੇ ਪਾਈਏ ਓਕੇ ਜੈਸੇ ਸਿਰਫ ਇਹ ਹੈਗਾ ਵੀ ਜਿੱਦਾਂ ਨਾ ਆਪਾਂ ਨਾਉਨ ਨੂੰ ਲਾ ਕੇ ਤਾਂ ਉਹਨੂੰ ਕੇਸ ਬਣਾਈਦਾ ਸੀਗਾ ਇਦਾਂ ਜਿਹੜਾ ਵਰਬ ਦੇ ਵਿੱਚ ਆ ਆਮ ਤੌਰ ਤੇ ਸੱਸਾ ਤਾਂ ਹਾਹੇ ਨੂੰ ਸਿਆਰੀ ਐੜਾ ਹਾਹੇ ਨੂੰ ਸਿਆਰੀ ਈਡੀ ਨੂੰ ਸਿਆਰੀ ਹਾਹਾ ਇਦਾਂ ਦੇ ਅੱਖਰ ਈਡੀ ਨੂੰ ਬਿਹਾਰੀ ਇਹ ਜਿਹੜਾ ਬੇਸਿਕ ਵਰਡ ਵਰਬ ਹੁੰਦਾ ਨਾ ਉਹਦੇ ਨਾਲ ਹੀ ਲਾ ਕੇ ਤਾਂ ਕਰ ਜਾਂਦੇ ਹੈਗੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਜਦ ਸ਼ੁਰੂ ਕੀਤੀ ਕੀਤੋ ਈ ਵਰਡ ਹੈਗਾ ਮੈਨੂੰ ਯੋਗ ਕੀਤੋ ਈ ਪਰ ਕਹਿੰਦੇ ਸਾਰੇ ਮੈਨੂੰ ਯੋਗ ਕੀ ਤੋਈ ਤੋ ਇਹ ਕੋਈ ਵਰਡ ਨਹੀਂ ਕੀਤੋ ਈ ਕੀਤਾ ਹੈ ਮੈਨੂੰ ਕਰ ਦਿੱਤਾ ਹੈ ਇਸ ਹਿਸਾਬ ਨਾਲ ਜਿਹੜੇ ਹੈਗੇ ਕਈ ਵਾਰ ਜਦ ਤੁਸੀਂ ਈਡੀ ਨੂੰ ਬਿਹਾਰੀ ਐੜੇ ਨੂੰ ਕਰਨਾ ਜਾਂ ਈਡੀ ਨੂੰ ਸਿਆਰੀ ਜਾਂ ਹਾਹੇ ਨੂੰ ਸਿਆਰੀ ਜਾਂ ਸੱਸਾ ਸੱਸੇ ਇਹ ਜਾਂ ਸੱਸੇ ਨੂੰ ਹਾਏ ਨੂੰ ਔਕੜ ਉਹਦੇ ਨਾਲ ਇਹ ਚਾਹੇ ਤਾਂ ਪਲੂਰਲ ਬਣ ਜਾਂਦੇ ਹੈਗੇ ਜਿੱਦਾਂ ਜਾਣੀ same kind of a rule what we do for the cases it happens with the words also okay ਹੁਣ ਜਿਹੜੇ differences ਹੈਗੇ I'm going to quickly cover those ਮੈਨੂੰ ਪਤਾ ਨਹੀਂ ਹੁਣ ਕਿੰਨਾ ਰਹਿੰਦਾ ਕਿੰਨਾ ਨਹੀਂ ਬੇਕਾਦਾ टाइम तो ऊपर हो गया ਚਲੋ ਫਿਰ ਆ ਮੈਂ ਜਿਹੜਾ ਹੈਗਾ it doesn't matter if it comes in there or not I'll just cover it because for your information ਮੈਂ ਤੁਹਾਨੂੰ ਦੱਸਿਆ ਸੀ ਨਾ ਵੀ 10 ਸਕੂਲ ਆਫ ਥਾਟ ਹੈਗੇ ਆ ਵੀ ਉਹਨਾਂ ਵਿੱਚੋਂ ਇੱਕ ਤਾਂ ਆਪਾਂ ਵਿੱਚੋਂ ਛੱਡ ਦਿੱਤਾ ਉਹ ਤਾਂ we don't want to cover ਦੂਜੇ ਜਿਹੜੇ ਹੈਗੇ ਆ ਉਹਦੇ ਵਿੱਚ ਇੱਕ ਹੈਗਾ ਵੀ ਜਿਹੜੇ ਸਿਆਰੀਆਂ ਹੈਗੀਆਂ ਜਾਂ ਕੁਛ ਉਹਨਾਂ ਨੂੰ ਗ੍ਰਾਮਰ ਦੇ ਮੁਤਾਬਕ ਕਰਨਾ ਹੈਗਾ ਇੱਕ ਵਾਰੀ ਕਹਿੰਦੇ ਹੈਗੇ ਵੀ ਸਾਰੀਆਂ ਲਗਾ ਮਾਤਰਾ ਜਿੱਥੇ ਵੀ ਕਿਤੇ ਆ ਗਈਆਂ ਉਹਨਾਂ ਸਾਰੀਆਂ ਨੂੰ ਕਰੋ ਇੱਕ ਕਹਿੰਦੇ ਵੀ ਨਹੀਂ ਵੀ ਗ੍ਰਾਮਰ ਦੇ ਰੂਲ ਦੇਖ ਕੇ ਜਿੱਦਾਂ ਆਪਾਂ ਹੁਣ what we went through we do it according to that for example ਜਿੱਦਾਂ ਹੁਣ ਵਾਹ ਇਹਨੂੰ ਵਾਹ ਪੜ੍ਹਨਾ ਹੈਗਾ ਜਾਂ ਵਾਹੂ ਪੜ੍ਹਨਾ ਹੈਗਾ ਜਾਂ ਮੈਂ ਇਹਦੇ ਵਿੱਚ ਕੀ ਕੀਤਾ ਹੈਗਾ ਇੱਕ ਵਿੱਚ ਲਾਤਾ ਹੈਗਾ ਭਾਈ ਜੋਗਿੰਦਰ ਸਿੰਘ ਉਹਨਾਂ ਦਾ ਇੱਕ ਜਿਹੜਾ ਹੈਗਾ ਉਹਦੇ ਉੱਤੇ ਮੈਂ ਪਾਤਾ ਹੈਗਾ ਵੀ ਜਿਹਦੇ ਵਿੱਚ ਟਕਸਾਲ ਵਾਲੇ ਕਰਦੇ ਹੈਗੇ ਆ ਆਹ ਟਕਸਾਲ ਆਹ ਭਾਈ ਜੋਗਿੰਦਰ ਸਿੰਘ ਉਹਨਾਂ ਦਾ ਤਾਂ ਆਹ ਮਿਸ਼ਨਰੀ ਕਾਲਜ ਦਾ ਭਾਈ ਜੋਗਿੰਦਰ ਸਿੰਘ ਹੁਣੀ although I said it ਆਪਣੇ ਉਹ ਵੀ ਕਹਿੰਦੇ ਵੀ ਪ੍ਰੋਨਾਉਂਸ ਕਰਨਾ ਚਾਹੀਦਾ ਪਰ ਉਹ ਬਹੁਤ ਨਾਲ ਕੌਸ਼ਨ ਪਾਉਂਦੇ ਹੈਗੇ ਵੀ ਕਿੱਦਾਂ ਪ੍ਰੋਨਾਉਂਸ ਕਰਨੇ ਚਾਹੀਦੇ ਆ ਓਕੇ so there's a big difference as a matter of fact his approach is pretty much in line with them actually rather than more with this one okay ਹੁਣ ਇਹਦੇ ਵਿੱਚ ਵਾਹ ਲੈ ਲਓ ਉਹ ਕਹਿੰਦੇ ਵਾਹ ਉਹ ਕਹਿੰਦੇ ਵੀ ਹਾਂ ਜੇ ਕਹਿਣਾ ਹੈਗਾ ਤਾਂ ਜਿਹੜਾ ਔਂਕੜ ਵਾਲੀ ਆਵਾਜ਼ ਹੈਗੀ ਆ ਇਹਨੂੰ ਕਿਤੇ ਹੂੜੇ ਦੇ ਵਿੱਚ ਨਾ ਚੇਂਜ ਕਰ ਦਿਓ ਬਹੁਤ ਲਾਈਟਲੀ ਵਾਹ ਜਹਾਜ਼ ਜਦ ਕਹਿਣਾ ਹੈਗਾ ਨਾ ਥੋੜੀ ਜਿਹੀ ਊ ਵਾਲੀ ਆਵਾਜ਼ ਆਉਣੀ ਹੈਗੀ ਵਾਹ ਓਕੇ ਹਾਂ ਉਹਨੂੰ ਜਦ ਟ੍ਰਾਂਕੇਟ ਕਰਨ ਲੱਗੇ ਨਾ ਥੋੜਾ ਜਿਹਾ ਰੱਖੋ ਕੋ ਉਹ ਕਹਿੰਦੇ ਕੱਕਾ ਹਾਹਾ ਕੱਕਾ ਐੜਾ ਤਾਂ ਹਾਹਾ ਜਿਹੜਾ ਹੈਗਾ ਨਾ ਉਹਨੂੰ ਜਦ ਕਰਨਾ ਹੈਗਾ ਕਹੋ ਨਾਲ ਊੜੇ ਨੂੰ ਔਂਕੜ ਨਾਲ ਲੱਗਣਾ ਹੈਗਾ ਕਹੋ ਜਿੱਦਾਂ ਕੌਰ ਲਿਖਿਆ ਸੀ ਨਾ ਪਰ ਉਹ ਵੀ ਆਵਾਜ਼ ਜਿਹੜੀ ਹੈਗੀ ਆ if you are actually doing part ਨਾਲ ਉਹਨਾਂ ਨੇ ਐਗਜ਼ਾਮਪਲ ਦਿੱਤੀ ਮੈਂ ਤੁਹਾਨੂੰ ਦਿਖਾ ਲੂੰਗਾ ਸ਼ਾਰਟਲੀ you cannot actually distinguish between this one and this one they both sound like boh ਜਿੱਦਾਂ ਕੌਰ ਜੇ ਅੰਗਰੇਜ਼ੀ ਵਿੱਚੋਂ ਪੜ੍ਹ ਲਿਆ ਜਾਂ ਪੰਜਾਬੀ 'ਚ ਪੜ੍ਹ ਲਿਆ ਤਾਂ ਸਾਨੂੰ ਇੱਕੋ ਜਿਹੀ ਸਾਊਂਡ ਲੱਗਣੀ ਹੈਗੀ ਆ ਸਾਨੂੰ ਇੰਡੀਅਨਾਂ ਨੂੰ ਸੁਣ ਲਈ ਸਾਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਓਕੇ ਪਰ ਇਹਨਾਂ ਦੇ they were silent I did not see any example ਇਹ ਡੈਮੋਨਸਟ੍ਰੇਟਰ ਇਹਦੇ ਵਿੱਚ ਜਿਹੜਾ ਹੈਗਾ ਜ਼ਾਹਿਰ ਮੈਂ ਦੱਸਿਆ ਸੀ ਵੀ ਕਿੱਦਾਂ ਉਹ ਕਹਿੰਦੇ ਆ ਕਿ ਵੀ ਹਰੇਕ ਥਾਂ 'ਤੇ ਇਹੋ ਪੜ੍ਹਦੇ ਓਕੇ ਉਹ ਕਹਿੰਦੇ ਵੀ ਇਹੋ ਪੜ੍ਹਨੇ ਆ ਪਰ ਇਹ ਕੱਸ ਕੇ ਜਾਨੀ ਹਾਹੇ ਨੂੰ ਔਂਕੜ ਜਿਹੜਾ ਹੈਗਾ ਜਿੱਦਾਂ ਕੌ ਦੇ ਵਿੱਚ ਕੀਤਾ ਸੀ ਨਾ ਇਸੇ ਹਿਸਾਬ ਨਾਲ ਵੀ ਡੋਂਟ ਟਰਾਈ ਟੂ ਐਕਚੁਅਲੀ ਮੇਕ ਇਟ ਟੂ ਪੇਰੈਂਟ ਓਕੇ ਤਾਂ ਇਹ ਕਹਿੰਦੇ ਵੀ ਸਾਰਾ ਕੁਝ ਪੇਰੈਂਟ ਕਰ ਦਿਓ ਚਾਹੇ ਲਾਮ ਨਾ ਚਾਹੇ ਹੂੜੇ ਨਾ ਕਰ ਦਿਓ ਗੋਬਿੰਦ ਜਿੱਥੇ ਦੋ ਲਗਾ ਲੱਗੀਆਂ ਆਪਾਂ ਪਿਛਲੀ ਵਾਰੀ ਕਵਰ ਕੀਤਾ ਸੀਗਾ ਅਸਲੀ ਵਰਡ ਇਹਨੂੰ ਗੋਬਿੰਦ ਕਰਨਾ ਹੈਗਾ ਕਿਉਂਕਿ ਵਰਡ ਗੋਬਿੰਦ ਆ
ਕਰਕੇ ਰਾਗਾਂ ਦੇ ਵਿੱਚ ਹੈਗਾ ਟੂ ਕੀਪ ਦਾ ਬੈਲੈਂਸ weight balance, ਤਾਂ ਉਹਨੂੰ ਅਸੀਂ ਗੋਬਿੰਦ ਵਾਂਗੂ ਪੜ੍ਹਨਾ ਹੈ। ਤੇ ਇਹਦੇ ਵਿੱਚ ਤਕਰੀਬਨ ਐਗਰੀ ਕਰਦੇ ਹੈਗੇ ਆ। ਤਾਂ ਆਹ ਜਿਹੜਾ ਇੱਥੇ ਹੈਗਾ they are saying ਇਹਨੂੰ ਥੋੜਾ ਜਿਹਾ ਵਿਚਾਲੇ ਦੋਹਾਂ ਔਂਕੜ ਦੇ ਤਾਂ which doesn't make sense in any way, okay? ਦਹੀਂ ਆਪਾਂ ਵੀ already ਇਹ ਕਹਿੰਦੇ ਹੈਗੇ ਇਹਨੂੰ ਦਹੀਂ ਪੜ੍ਹੋ। ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਮਿਸ਼ਨਰੀ ਕਾਲਜ ਦੇ ਮੇਰੇ ਕੋਲ ਜਿਹੜਾ ਪਹਿਲਾ ਪਬਲਿਸ਼ ਪਰਚਾ ਸੀਗਾ that was 1979, ਉਹਦੇ ਵਿੱਚ ਉਹ ਕਹਿੰਦੇ ਦਈਏ ਪੜ੍ਹੋ ਇੱਦਾਂ ਐਗਜ਼ੈਕਟਲੀ ਆਦੇ ਮੰਨ। ਤਾਂ ਹੁਣ ਜਿਹੜਾ ਅੱਜ ਕੱਲ੍ਹ ਹੈਗਾ ਉਹਦੇ ਵਿੱਚ ਇਹ ਲਿਖਿਆ ਵੀ ਇਹਨੂੰ ਦਹੀਂ ਪੜ੍ਹੋ। ਕੋਈ ਰੀਜ਼ਨਿੰਗ ਨਹੀਂ ਦਿੱਤੀ ਵੀ ਕਿਉਂ ਇੱਦਾਂ ਕਰਦੇ ਹੋ, ਕਿਉਂਕਿ ਵੀ ਕਿੱਥੋਂ ਚੇਂਜ ਆਈ ਹੈਗੀ ਕਿੱਥੋਂ ਨਹੀਂ ਆਈ ਹੈਗੀ। ਬਟ ਆਈ ਹੈਵ ਦਾ ਓਰੀਜਨਲ ਵਨ ਐਜ਼ ਵੈਲ ਐਜ਼ ਦਾ ਨਿਊ ਵਨ, both of them. To me this makes more sense। ਸਾਰੇ ਇਹਦੇ ਵਿੱਚ ਐਗਰੀ ਬਾਕੀ ਕਰਦੇ ਦੂਜੇ ਇਹ ਕਹਿੰਦੇ ਇਹਨੂੰ ਦੂਏ ਪੜ੍ਹਦੇ ਹੋ, ਦੋਇਆ ਪੜ੍ਹਦੇ ਹੋ। ਉਹ ਕਹਿੰਦੇ ਵੀ ਨਹੀਂ ਇਹਨੂੰ ਦੂਜਾ ਪੜ੍ਹਨਾ ਹੈਗਾ ਤੇ ਇਹਨੂੰ ਦੂਜਾ ਪੜ੍ਹਨਾ ਹੈਗਾ ਆਇਓ। ਇਹ ਸਾਰੇ ਐਗਰੀ ਕਰਦੇ। When you really look at it, there is not that much difference in pronunciation generally among them, except ਜਿੱਥੇ ਕਿਤੇ ਉਹ ਕਹਿੰਦੇ ਵੀ ਹਰੇਕ ਥਾਂ ਤੇ ਹਰਿੰਦਰ ਸਿੰਘ ਜੀ ਉਹਨਾਂ ਨੇ ਸਾਫ਼ ਇਹ ਕੌਸ਼ਨ ਆਪਣੀ ਕਿਤਾਬ ਦੇ ਵਿੱਚ ਐਡ ਕੀਤਾ ਹੈਗਾ ਵੀ ਜਿਹੜਾ ਚੱਲਦਾ ਪਾਠ ਹੈਗਾ ਨਾ ਵਿੱਚ ਅਜਿਹਾ ਕਰਨਾ ਸੰਭਵ ਨਹੀਂ ਵੀ ਜਿਹੜਾ ਜੇ ਤੁਸੀਂ ਕਹੋ ਨਾ ਵੀ ਕੌਰ ਨੂੰ ਕੌਰ ਵਾਂਗੂ ਪੜ੍ਹਨਾ ਹੈਗਾ ਵੀ ਜੇ ਤੁਸੀਂ ਕਰੋਗੇ ਜਾਂ ਤੁਸੀਂ ਪੜ੍ਹਨਾ ਹੈਗਾ ਪਾਠ ਕਰਦਿਆਂ ਨੇ ਸੁਣਨ ਵਾਲੇ ਨੂੰ ਕੋਈ ਫਰਕ ਨਹੀਂ ਲੱਗਣਾ ਹੈਗਾ। ਦੇ ਵਿਲ ਕਮ ਆਊਟ ਵਿਦ ਦਾ ਸੇਮ ਸੌਂਗ, ਓਕੇ। ਬਾਕੀ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਅੰਤਲੇ ਸਵਰ ਜਿਹੜੇ ਹੈਗੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਜਿੱਥੇ ਸਿਆਰੀ ਆ ਜਾਂਦੀ ਹੈਗੀ ਆ ਉਹਨਾਂ ਨੂੰ ਥੋੜ੍ਹਾ ਜਿਹਾ ਲੰਮੇ ਕਰ ਦਿੰਦੇ ਹੈਗੇ ਬਾਕੀ ਤੇ ਇਹਨਾਂ ਨੂੰ ਇਹਦੇ ਵਿੱਚ ਮਿਸ਼ਨਰੀ ਕਾਲਜ ਵੀ ਅਗਰੀ ਕਰ। ਤਾਂ ਨਾਲ ਉਹ ਕਹਿੰਦੇ ਵੀ ਹਾਹਾ ਜਿਹੜਾ ਹੈਗਾ ਵੀ ਕੰਪਲੀਟਲੀ ਇਹਨੂੰ ਐਲੀਮੀਨੇਟ ਨਾ ਕਰ ਦਿਓ, ਉਹਦੀ ਸਾਊਂਡ ਥੋੜ੍ਹੀ ਜਿਹੀ ਰੱਖੋ ਵਿੱਚ। ਆਈ ਕੰਪਲੀਟਲੀ ਅਗਰੀ ਵਿਦ ਦੈਟ ਵਨ ਵਿੱਚ ਤਾਂ ਹੀ ਉਹ ਸੈਂਸ ਕਰ। ਚਲੋ ਅੱਗੇ ਇਹ ਟਕਸਾਲ ਵਾਲਿਆਂ ਦਾ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ। ਹੁਣ ਐਗਜ਼ਾਮਪਲ ਮੈਂ ਤੁਹਾਨੂੰ ਉੱਥੇ ਦੇਣ ਲੱਗਾ ਸੀ ਤਾਂ ਬੱਚੇ ਹਟ ਗਿਆ ਸੀ, ਉਹ ਮੈਂ ਤਾਂ ਹੀ ਹਟ ਗਿਆ ਸੀ। ਹੁਣ ਬਹੁਤ ਤਾਂ ਬਹੁਤ ਓਕੇ। ਹੁਣ ਤੁਸੀਂ ਇੱਥੇ ਵਰਡ ਲੈ ਲਓ ਬਹੁਤ ਸ਼ਾਸਤਰ ਬਹੁਤ ਸਿਮਰਤੀ ਗਈ ਪੜ੍ਹੀ ਦਾ। ਹੁਣ ਜੇ ਉਹਨਾਂ ਵਾਂਗੂ ਬਹੁ ਸ਼ਾਸਤਰ ਬਹੁਤ ਸਿਮਰਤੀ ਤੁਸੀਂ ਕਹੋਗੇ ਕਦੀ ਨਹੀਂ ਪੜ੍ਹੋਗੇ। ਬਹੁਤ ਤਾਂ ਮਤਲਬ ਬਹੁਤ ਉਹਦਾ ਛੋਟਾ, ਤੇ ਜੇ ਤੁਸੀਂ ਕਹੋ ਬਹੁ ਬੈਠੋ ਤੇ ਇਹ ਹੁੰਦਾ। ਹੋਰ ਥਾਂ ਤੇ ਕਈਆਂ ਥਾਂ ਤੇ ਆ ਜਾਂਦਾ ਨਾ ਬਹੁ ਵੀ ਵਰਡ ਵੀ ਆ ਜਾਂਦਾ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਇਟ ਡਸਨਟ ਮੇਕ ਸੈਂਸ ਟੂ ਸੇ ਦੈਟ ਵੀ ਜਿੱਥੇ ਵੀ ਹਾਏ ਨੂੰ ਔਕੜ ਆ ਗਿਆ। ਇਟ ਮੇਕਸ ਲਾਟ ਆਫ ਸੈਂਸ। ਹੁਣ ਦੂਜੇ ਪਾਸੇ ਇੱਕ ਹੋਰ ਐਗਜ਼ਾਮਪਲ ਸਿੰਪਲ ਦੇਣਾ ਕੌਣ ਨਾਨਕ, ਉਹਦੇ ਵਿੱਚ ਕੀ ਹੋਇਆ ਨਾਨਕ ਤੂੰ ਕਹਿ ਕਹੋ ਨਾਨਕ। ਅਸੀਂ ਜਦ ਬੋਲਦੇ ਪੰਜਾਬੀ 'ਚ ਇੱਦਾਂ ਹੀ ਕਹਾਂਗੇ ਕਹੋ। ਆਪਣੇ ਆਪ ਨੂੰ ਕੋਈ ਨਹੀਂ ਕਹਿੰਦਾ ਹੈਗਾ ਤੁਸੀਂ ਕਹੋ ਜੀ। ਆਪਣੇ ਆਪ ਨੂੰ ਜੇ ਕਹੋ ਪਾ ਦਿਓ ਤਾਂ ਫਿਰ ਉਹ ਬਣ ਜਾਂਦਾ ਹੈਗਾ ਵੀ ਜਿੱਦਾਂ ਵੀ ਰਿਸਪੈਕਟ ਨਾ ਆਪਣੇ ਆਪ ਨੂੰ। ਗੁਰੂ ਸਾਹਿਬ ਤਾਂ ਆਪ ਕਹਿੰਦੇ ਆ ਭਗਤੀਨ ਆਪਣੇ ਆਪ ਨੂੰ ਕਿਹਾ ਹੈਗਾ, ਕਮਲਾ ਆਪਣੇ ਆਪ ਨੂੰ ਕਿਹਾ, ਵਿਚਾਰਾ ਆਪਣੇ ਆਪ ਨੂੰ ਕਿਹਾ। ਉਹ ਤਾਂ ਇੱਦਾਂ ਦੇ ਕਦੀ ਵੀ ਪ੍ਰੋਨਾਂਸੀਏਸ਼ਨ ਹੋ ਨਹੀਂ ਸਕਦਾ ਹੈਗਾ। You know, it doesn't make sense to me exactly from that perspective. So it will be ਕਹਿ ਨਾਨਕ। ਇੱਦਾਂ ਜਿਹੜਾ ਕਹਿ ਉਹ ਵੀ ਕਹਿ ਨਾਲ ਇਹ ਨਾਨਕ you say, okay? ਜੇ ਕਹੋ ਕਹਿ ਨਾਨਕ ਫਿਰ ਨਾਨਕ is saying। ਕਿੰਨਾ ਫਰਕ ਪੈ ਗਿਆ ਯਾ ਕਹਿ ਨਾਨਕ ਕਹ ਨਾਨਕ। ਦੋਵੇਂ ਭੈਣ ਭਰਾ ਔਂਕੜ ਤਾਂ ਸਿਆਰੀ ਸੇਮ ਰੂਲ ਦਲਾਮਾ ਤਾਂ ਕਨੌੜਾ, ਓਕੇ। ਚਲੋ ਜੀ ਅੱਗੇ। ਸੋ ਐਨੀਵੇ ਉਹਦੇ ਵਿੱਚ ਮਗਰਲਾ ਪੁਆਇੰਟ ਜਿਹੜਾ ਸੀਗਾ ਜੇ ਦਾ ਸੀਗਾ ਈਡੀ ਦਾ ਉਹ ਮੈਂ ਆਲਰੇਡੀ ਆਈ ਪੁਆਇੰਟਡ ਆਊਟ ਤੇ ਰੈਫਰੈਂਸ ਦੇ ਵਿੱਚ ਬੋਟਮ ਲਾਈਨ ਇਹ ਹੀ ਹੈਗੀ ਆ। ਸੋ ਲਾਟ ਆਫ ਪੀਪਲ ਜਨਰਲੀ ਮੇਨ ਕ੍ਰਿਟਿਸਿਜ਼ਮ ਜਿਹੜਾ ਮੈਂ ਰਿਸੀਵ ਕਰਦਾ ਹੈਗਾ people don't say it in my class but they will go and have discussions at work sometimes and other places। ਕਹਿੰਦਾ ਪੜ੍ਹਾਈ ਤਾਂ ਸੀਗੀ ਪਰ ਇਹ ਤਾਂ ਸਾਨੂੰ ਦੱਸਿਆ ਨਹੀਂ ਵੀ ਇਹਨੂੰ ਪ੍ਰੋਨਾਊਂਸ ਕਿੱਦਾਂ ਕਰਨਾ। I always leave it up to people
क्योंकि है ना मैं आप I cannot convince myself that there is any document or any kind of thing that exists which can prove this is the way the word should be pronounced. ਉਹਦੇ ਵਿੱਚ ਮੈਂ ਇਹ ਦੱਸੂਗਾ ਕਈ ਕਹਿਣਗੇ ਸਾਡੀ ਇਹ ਸੰਪਰਦਾ ਘਰ ਦੀ ਹੈਗੀ ਆ ਉਸੇ ਸੰਪਰਦਾ ਵਾਲੇ ਜਿਹੜੇ ਹੈਗੇ ਆ they are actually teaching people different pronunciation different people. ਚਾਹੇ ਤੁਸੀਂ ਉਹਦੇ ਵਿੱਚ ਟਕਸਾਲ ਵਾਲੇ ਲੈ ਲਓ ਕਈ ਪੜ੍ਹਾਉਂਦੇ ਹੈਗੇ ਆ ਵੀ ਕੋਈ ਵੀ ਬਿੰਦੀ ਨਹੀਂ ਲਾਉਣੀ ਨਾ ਉੱਪਰ ਅੱਖਰ